ਆਪਾਂ ਦੇਖਦੇ ਹਾਂ ਯਸਾਇਆ ਦੀ ਕਿਤਾਬ ਯਸਾਇਆ ਦੀ ਕਿਤਾਬ ਉਹਦਾ 35 ਨੰਬਰ ਚੈਪਟਰ 35 ਨੰਬਰ ਅਧਿਆਏ ਤੇ ਉਹਦੀ 4 ਨੰਬਰ ਪੰਕਤੀ ਦੇ ਵਿੱਚ 3 ਤੇ 4 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ, ਢਿੱਲੇ ਹੱਥਾਂ ਨੂੰ ਤਕੜੇ ਕਰੋ ਅਤੇ ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ। ਧੜਕਦੇ ਦਿਲ ਵਾਲਿਆਂ ਨੂੰ ਆਖੋ ਤਕੜੇ ਹੋਵੋ, ਨਾ ਡਰੋ, ਆਪਣੇ ਪਰਮੇਸ਼ਵਰ ਨੂੰ ਵੇਖੋ। ਉਹ ਬਦਲੇ ਨਾਲ ਸਗੋਂ ਪਰਮੇਸ਼ਵਰ ਦੇ ਵੱਟੇ ਨਾਲ ਆਵੇਗਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ। ਹੁਣ ਲੇਜ਼ੀਨੈਸ ਸਾਨੂੰ ਛੱਡਣੀ ਪੈਣੀ ਆ। ਕੱਲ ਵੀ ਆਪਾਂ ਇੱਕ ਭਜਨ ਗਾਇਆ ਸੀਗਾ, ਤੰਦਰੁਸਤੀ ਵਿੱਚ ਬਣੇ ਰੁਕਾਵਟ ਬਦਨੀਤੀ ਤੇ ਸੁਸਤੀ। ਆਪਾਂ ਇਹ ਭਜਨ ਕੱਲ ਗਾਇਆ ਸੀਗਾ ਕਿ ਜਿਹੜੀ ਲੇਜ਼ੀਨੈਸ ਆ ਉਹ ਸਾਡੀ ਤੰਦਰੁਸਤੀ ਦੇ ਵਿੱਚ, ਭਾਵ ਸਾਡੀ ਸ਼ਿਫਾ ਦੇ ਵਿੱਚ ਜਾਂ ਸਾਡੇ ਛੁਟਕਾਰੇ ਦੇ ਵਿੱਚ ਜਾਂ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਦੇ ਵਿੱਚ ਜਿਹੜਾ ਆ ਉਹ ਰੁਕਾਵਟ ਬਣਦੀ ਆ। ਵਚਨ ਵੀ ਸਾਨੂੰ ਇਦਾਂ ਹੀ ਦੱਸ ਰਿਹਾ ਹੈ, ਕਹਿੰਦਾ ਢਿੱਲੇ ਹੱਥਾਂ ਨੂੰ ਤਕੜੇ ਕਰੋ। ਕਹਿੰਦਾ ਹੁਣ ਤੁਸੀਂ ਸਾਰੀਆਂ ਲਾਪਰਵਾਹੀਆਂ ਨੂੰ ਛੱਡ ਦਿਓ, ਹੁਣ ਸਾਰੀ ਲੇਜ਼ੀਨੈਸ ਨੂੰ ਛੱਡ ਦਿਓ, ਸਾਰੀ ਸੁਸਤੀ ਨੂੰ ਦੂਰ ਕਰ ਦਿਓ ਅਤੇ ਹਿੱਲਦੇ ਗੋਡਿਆਂ ਨੂੰ ਮਜ਼ਬੂਤ ਕਰੋ। ਇਹ ਨਾ ਕਹੋ ਹਾਏ ਮੈਂ ਨਹੀਂ ਕਰ ਸਕਦਾ, ਹਾਏ ਮੈਂ ਨਹੀਂ ਜਾ ਸਕਦਾ, ਮੇਰੇ ਤੋਂ ਕਿੱਥੇ ਹੋਣਾ ਆ, ਮੈਂ ਕਿੱਦਾਂ ਕਰੂੰਗਾ, ਮੇਰੇ ਤੋਂ ਬੈਠ ਨਹੀਂ ਹੁੰਦਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਮੈਂ ਕਿੱਦਾਂ ਉਹਦੇ ਆਖੇ ਲੱਗ ਸਕਦਾ, ਮੇਰੇ ਤੋਂ ਤਾਂ ਉੱਠ ਹੀ ਮਸੀ ਹੁੰਦਾ। ਐਕਸਕਿਊਜ਼ ਲਾਉਣੇ ਤਾਂ ਉਹ ਕਹਿੰਦਾ ਬੰਦ ਕਰ ਦਿਓ। ਉਹ ਬਹਾਨੇਬਾਜ਼ਾਂ ਦਾ ਪਰਮੇਸ਼ਵਰ ਨਹੀਂ ਹੈਗਾ, ਸਿੱਧੀ ਗੱਲ। ਉਹਨੂੰ ਬੰਦੇ ਜਿਹੜੇ ਆ ਉਹ ਐਨ ਹੱਟੇ ਕੱਟੇ ਚਾਹੀਦੇ ਆ। ਸਰੀਰ ਭਾਵੇਂ ਕਮਜ਼ੋਰ ਹੋਵੇ, ਆਤਮਾ ਉਹਨਾਂ ਦਾ ਤਕੜਾ ਹੋਵੇ। ਉਹ ਕਹੇ ਕਿ ਹਾਂ ਵੀ ਬੰਦਿਆ, ਤਾਂ ਉਹ ਕਹੇ ਹਾਂਜੀ ਪ੍ਰਭੂ ਜੀ, ਹੈਨਾ। ਜਿੱਦਾਂ ਉਹਨੇ ਨੂਹ ਨੂੰ ਆਵਾਜ਼ ਦਿੱਤੀ, ਨੂਹ ਤਾਂ ਨੂਹ ਨੇ ਕੀ ਕਿਹਾ, ਹਾਂ ਮੇਰੇ ਪ੍ਰਭੂ ਮੈਂ ਹਾਜ਼ਰ ਹਾਂ। ਤਾਂ ਮਤਲਬ ਸਾਨੂੰ ਕਈ ਵਾਰੀ ਕੋਈ ਪ੍ਰਭੂ ਜੀ ਹੋ ਸਕਦਾ ਸਾਨੂੰ ਆਵਾਜ਼ ਮਾਰਨ ਵੀ ਗੁਸ਼ਰਨ ਹੈ ਤੇ ਮੇਰੇ ਵਰਗੇ ਨੇ ਕਹਿਣਾ ਹੈ ਕੌਣ ਆ, ਮੈਨੂੰ ਕਿੰਨੇ ਆਵਾਜ਼ ਦਿੱਤੀ ਆ, ਉਹ ਮੈਂ ਸੌਣ ਡਈ ਆ, ਮੈਨੂੰ ਕਿਉਂ ਤੁਸੀਂ ਡਿਸਟਰਬ ਕਰਦੇ ਆ। ਸਾਡਾ ਇਹ ਹਾਲ ਹੈ। ਪਰ ਸਾਨੂੰ ਉਹਦੀ ਫਸਟ ਆਫ ਆਲ ਸਾਨੂੰ ਉਹਦੀ ਆਵਾਜ਼ ਪਹਿਚਾਨਣੀ ਆਉਣੀ ਚਾਹੀਦੀ ਆ। ਐਂਡ ਸੈਕੰਡ ਥਿੰਗ ਇਜ਼ ਕਿ ਅਸੀਂ ਰੈਡੀ ਹੋਣੇ ਚਾਹੀਦੇ। ਐਂਡ ਥਰਡ ਥਿੰਗ ਇਜ਼ ਕਿ ਸਾਡੀ ਜਿਹੜੀ ਰਿਪਲਾਈ ਆ ਪਰਮੇਸ਼ਵਰ ਨੂੰ, ਸਾਡਾ ਜਿਹੜਾ ਆਨਸਰ ਆ ਉਹ ਹਾਂ ਦੇ ਵਿੱਚ ਹੋਣਾ ਚਾਹੀਦਾ ਕਿ ਹਾਂਜੀ ਪ੍ਰਭੂ ਜੀ ਮੈਂ ਹਾਜ਼ਰ ਹਾਂ, ਪ੍ਰਭੂ ਮੈਂ ਤੁਹਾਡੇ ਕੰਮਾਂ ਲਈ ਹਾਜ਼ਰ ਹਾਂ। ਤਾਂ ਜੇ ਪ੍ਰਭੂ ਜੀ ਤੁਹਾਨੂੰ ਕੰਮ ਦੇਣਗੇ ਤਾਂ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਬਲ ਨਹੀਂ ਦੇਣਗੇ ਕੰਮ ਕਰਨ ਦਾ? God knows everything, ਉਹਨੂੰ ਸਭ ਕੁਝ ਪਤਾ ਹੈ। ਜੇ ਉਹ ਕਹੇਗਾ ਕਿ ਜਾਓ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੋ, ਅਰੇ ਜੇ ਇੱਕ ਆਮ ਇਨਸਾਨ ਨੂੰ ਇਹ ਗੱਲ ਕਹੀ ਜਾਏ ਕਿ ਪਰਮੇਸ਼ਵਰ ਫਰਜ਼ ਕਰੋ, ਪਰਮੇਸ਼ਵਰ ਜੀ ਕਹਿ ਰਹੇ ਕਿ ਹਾਂ ਵੀ ਉੱਠ ਜਾ ਕੇ ਫਲਾਣੇ ਪਿੰਡ ਦੇ ਵਿੱਚ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਜਿਹੜਾ ਆ ਉਹ ਕਰ। ਔਰ ਉਹ ਬੰਦਾ ਕਹੇ ਪ੍ਰਭੂ ਕਿਹੋ ਜਿਹੀਆਂ ਗੱਲਾਂ ਕਰਨ ਡੇ ਜੇ, ਮੇਰੇ ਤਾਂ ਗੋਡੇ ਦੁਖਦੇ ਆ, ਮੈਂ ਕਿੱਦਾਂ ਜਾ ਕੇ ਪ੍ਰਚਾਰ ਕਰ ਸਕਦਾ? ਪ੍ਰਭੂ ਮੇਰਾ ਤਾਂ ਗਲਾ ਖਰਾਬ ਆ, ਮੈਂ ਕਿੱਦਾਂ ਬੋਲ ਸਕਦਾ ਆ? ਪ੍ਰਭੂ ਮੈਨੂੰ ਤਾਂ ਬੁਖਾਰ ਚੜਿਆ, ਮੇਰੇ ਤੋਂ ਤਾਂ ਮੰਜੇ ਤੋਂ ਨਹੀਂ ਉੱਠ ਹੁੰਦਾ, ਤੁਸੀਂ ਕਹਿੰਦੇ ਦੂਜੇ ਪਿੰਡ ਜਾ ਕੇ ਪ੍ਰਚਾਰ ਕਰ। ਤੁਸੀਂ ਕੀ ਸੋਚਦੇ ਆ ਕਿ ਪ੍ਰਭੂ ਨੂੰ ਪਤਾ ਨਹੀਂ ਤੁਹਾਡੇ ਗੋਡੇ ਦੁਖਦੇ ਆ, ਤੁਹਾਡਾ ਗਲਾ ਦੁਖਦਾ ਜਾਂ ਤੁਹਾਨੂੰ ਬੁਖਾਰ ਹੋਇਆ? ਉਹ ਪ੍ਰਭੂ ਜਿਹੜਾ ਤੁਹਾਨੂੰ ਕੰਮ ਦੇਗਾ, ਉਹ ਪ੍ਰਭੂ ਤੁਹਾਨੂੰ ਜ਼ੋਰ ਵੀ ਦੇਵੇਗਾ ਕੰਮ ਕਰਨ ਦੇ ਲਈ। ਅਗਰ ਉਹਨੇ ਇਹ ਮਨ ਬਣਾਇਆ ਨਾ ਉਹਨੇ ਤੁਹਾਡੇ ਕੋਲੋਂ ਕੰਮ ਲੈਣਾ ਆ, ਤੇ ਉਹਨੇ ਇਹ ਮਨ ਪਹਿਲਾਂ ਬਣਾਇਆ ਆ ਕਿ ਉਹਨੇ ਤੁਹਾਡੇ ਤੋਂ ਕੰਮ ਲੈਣਾ ਕਿੱਦਾਂ ਆ। ਸੋ ਨੂੰ ਕੋਈ ਬਹੁਤ ਵੱਡਾ ਜਿਹੜਾ ਆ ਉਹ ਨਕਸ਼ਾ ਬਣਾਉਣ ਵਾਲਾ ਨਹੀਂ ਸੀ, ਕੋਈ ਬਹੁਤ ਵੱਡਾ ਇੰਜੀਨੀਅਰ ਨਹੀਂ ਸੀਗਾ, ਕੋਈ ਉਹਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਏਦਾਂ ਸਟੋਰ ਨਹੀਂ ਕੀਤੀਆਂ ਹੋਈਆਂ ਸੀ ਆਲਰੇਡੀ ਲੱਕੜਾਂ ਕਿ ਹਾਂਜੀ ਜੀ ਉਹਦਾ ਕੰਮ ਹੀ ਜਿਹੜਾ ਸੀ ਉਹ ਇਹ ਸੀਗਾ ਕਿ ਉਹ ਕਿਸ਼ਤੀਆਂ ਹੀ ਬਣਾਉਂਦਾ ਸੀਗਾ। ਨਹੀਂ, ਉਹ ਕੋਈ ਵੀ ਪ੍ਰੋਫੈਸ਼ਨਲ ਜਿਹੜੇ ਬੰਦੇ ਆ ਉਹਨਾਂ ਦੀ ਕੈਟਾਗਰੀ ਦੇ ਵਿੱਚੋਂ ਨਹੀਂ ਸੀ। ਪਰ ਜਦੋਂ ਪਰਮੇਸ਼ਵਰ ਨੇ ਕਿਹਾ ਨੂੰ, ਉਹ ਕਹਿੰਦਾ ਹਾਂ ਪ੍ਰਭੂ ਮੈਂ ਹਾਜ਼ਰ ਹਾਂ। ਔਰ ਕਹਿੰਦਾ ਨੂੰ ਤੂੰ ਇੱਕ ਵੱਡਾ ਬੇੜਾ ਬਣਾ, ਇੱਕ ਬੇੜੀ ਬਣਾ, ਇੱਕ ਕਿਸ਼ਤੀ ਬਣਾ ਜਿਹਦੇ ਵਿੱਚ ਤੂੰ ਹਰੇਕ ਜਾਤੀ ਦੇ ਜਾਨਵਰਾਂ ਦਾ ਜੋੜਾ ਜਮਾ ਕਰ ਔਰ ਆਪਣੇ ਪਰਿਵਾਰ ਨੂੰ ਲੈ ਕੇ ਲੁਕ ਜਾ। ਉਹਨੇ ਨਹੀਂ ਕਿਹਾ ਪ੍ਰਭੂ ਏਦਾਂ ਕਰਨ ਦੀ ਕੀ ਜ਼ਰੂਰਤ ਆ, ਮੈਨੂੰ ਕਿੱਥੇ ਬਣਾਉਣਾ ਆਉਣਾ ਆ ਪ੍ਰਭੂ? ਜੇ 40 ਦਿਨ 40 ਰਾਤਾਂ ਮੀਂਹ ਪੈਣਾ ਤਾਂ ਪ੍ਰਭੂ ਜੀ ਜਦੋਂ ਮੈਂ ਉਹ ਬੇੜਾ ਬਣਾਉਂ ਕਿਤੇ ਉਹ ਲੀਕ ਨਾ ਕਰ ਜਾਵੇ। ਪ੍ਰਭੂ ਮੇਰੇ ਕੋਲ ਇੰਨਾ ਮਟੀਰੀਅਲ ਕਿੱਥੋਂ ਆਊਗਾ? ਤੁਸੀਂ ਬਾਈਬਲ ਚੋਂ ਪੜ੍ਹਿਆ ਕਿ ਉਹਨੇ ਕੋਈ ਆਰਗੂਮੈਂਟ ਕੀਤਾ? ਉਹਨੇ ਕੋਈ ਆਰਗੂਮੈਂਟ ਨਹੀਂ ਕੀਤਾ, ਪਰ ਉਹਨੇ ਹਾਂਜੀ ਕਿਹਾ। ਅੱਜ ਅਸੀਂ ਹਾਂਜੀ ਦੇ ਬਾਰੇ ਤਾਂ ਸੋਚਦੇ ਵੀ ਨਹੀਂ, ਅਸੀਂ ਆਪਣੀ ਕਾਲਿੰਗ ਦੇ ਬਾਰੇ ਸੋਚਦੇ ਵੀ ਨਹੀਂ। ਅਸੀਂ ਤਾਂ ਲਿਸਟ ਸਾਡੀ ਬਣੀ ਆਰਗੂਮੈਂਟਸ ਦੀ ਕਿ ਪ੍ਰਭੂ ਨੇ ਮੈਨੂੰ ਕਿਹਾ ਇਦਾਂ ਕਿੱਦਾਂ ਕਰ ਸਕਦਾ? ਪ੍ਰਭੂ ਤੁਸੀਂ ਆਪ ਦੇਖੋ ਹੁਣ ਤਾਂ ਜਿਹੜੀਆਂ ਸਰਕਾਰਾਂ ਆ ਉਹ ਸਾਡੇ ਵਿਰੁੱਧ ਆ, ਪ੍ਰਭੂ ਸੇਵਕਾਈ ਕਰਨੀ ਕਿਤੇ ਸੌਖੀ ਗੱਲ ਪਈ ਆ, ਤੁਸੀਂ ਇਦਾਂ ਮੈਨੂੰ ਕਿੱਦਾਂ ਕਹਿ ਸਕਦੇ ਆ? ਮੇਰਾ ਤਾਂ ਟੱਬਰ ਮੇਰੇ ਨਾਲ ਨਹੀਂ ਤੁਰਦਾ, ਹੋਰ ਕਿਸੇ ਨੇ ਮੇਰੀ ਕੀ ਸੁਣਨੀ ਆ? ਤਾਂ ਮਤਲਬ ਅਸੀਂ ਇੰਨੇ ਐਕਸਕਿਊਜ਼ ਬਣਾਉਂਦੇ ਆ।
ਪਰ ਅਗਰ ਪਰਮੇਸ਼ਵਰ ਜੀ ਨੇ ਤੁਹਾਨੂੰ ਕੰਮ ਦਿੱਤਾ ਆ ਤਾਂ ਪਰਮੇਸ਼ਵਰ ਜੀ ਨੇ ਤੁਹਾਡੇ ਲਈ ਰਾਹ ਵੀ ਖੋਲ੍ਹੇ ਆ, ਪਰਮੇਸ਼ਵਰ ਜੀ ਨੇ ਤੁਹਾਡੇ ਲਈ ਸੋਰਸ ਵੀ ਬਣਾਏ ਆ, ਔਰ ਪਰਮੇਸ਼ਵਰ ਜੀ ਤੁਹਾਨੂੰ ਸਟਰੈਂਥ ਵੀ ਦੇਣਗੇ ਔਰ ਹਰ ਹਾਲ ਦੇ ਵਿੱਚ ਦੇਣਗੇ, ਬਸ਼ਰਤੇ ਕਿ ਤੁਸੀਂ ਹਾਜ਼ਰ ਹੋਵੋ ਔਰ ਦਿਲ ਦੀ ਗਹਿਰਾਈ ਤੋਂ ਹਾਜ਼ਰ ਹੋਵੋ। ਔਰ ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ਵਰ ਦਾ ਨਾਮ ਲੈ ਕੇ ਖੜੇ ਹੁੰਦੇ ਆ ਪਰ ਉਹਨਾਂ ਦੀ ਜ਼ਿੰਦਗੀ 'ਚ ਬੁਲਾਹਟ ਨਹੀਂ ਹੁੰਦੀ ਔਰ ਉਹ ਫਿਰ ਮੁੱਦੇ ਮੂੰਹ ਡਿੱਗਦੇ ਆ। ਇਸ ਲਈ ਸਾਨੂੰ ਬਹੁਤ ਜ਼ਰੂਰੀ ਆ ਪਹਿਲਾਂ ਤਾਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਨਾ, ਫਿਰ ਪਹਿਚਾਨਣਾ ਕਿ ਕੀ ਇਹ ਵਾਕਈ ਪਰਮੇਸ਼ਵਰ ਜੀ ਦੀ ਆਵਾਜ਼ ਆ। ਕਿਉਂਕਿ ਦੇਖੋ ਵਚਨ ਦੇ ਵਿੱਚ ਇਦਾਂ ਵੀ ਲਿਖਿਆ ਆ, ਕਹਿੰਦਾ ਆ ਕਿ ਜਿਹੜਾ ਹਨੇਰੇ ਦੇ ਜਿਹੜੇ ਦੂਤ ਆ ਉਹ ਆਪਣੇ ਆਪ ਨੂੰ ਚਾਨਣ ਦੇ ਜਿਹੜੇ ਆ ਦੂਤ ਉਹਨਾਂ ਦੇ ਵਿੱਚ ਉਹਨਾਂ ਦਾ ਭੇਸ ਜਿਹੜਾ ਉਹ ਬਦਲਾ ਲੈਂਦੇ ਆ। ਭਾਵ ਦੁਸ਼ਟ ਆਤਮੇ ਸਮਟਾਈਮਸ ਨਹੀਂ ਮੈਨੀ ਟਾਈਮਸ ਉਹ ਕੀ ਕਰਦੇ ਆ ਕਿ ਉਹ ਆਪਣੇ ਆਪ ਨੂੰ ਇਦਾਂ ਸ਼ੋਅ ਕਰਦੇ ਜਿੱਦਾਂ ਸਵਰਗਦੂਤ ਹੋਣ, ਇਦਾਂ ਸ਼ੋਅ ਕਰਦੇ ਜਿੱਦਾਂ ਪਰਮੇਸ਼ਵਰ ਦੇ ਮੰਨਣ ਵਾਲੇ ਤੇ ਪਰਮੇਸ਼ਵਰ ਦੇ ਤਾਲਿਬ ਹੋਣ, ਪਰ ਉਹ ਹੁੰਦੇ ਨਹੀਂ ਆ। ਉਹ ਸਾਨੂੰ ਭੇਚਲ ਲੈਂਦੇ ਆ, ਸਾਨੂੰ ਉਹੋ ਜਿਹੀਆਂ ਚੀਜ਼ਾਂ ਦੇ ਵਿੱਚ ਫਸਾ ਦਿੰਦੇ ਆ ਜਿਨ੍ਹਾਂ ਦੇ ਵਿੱਚੋਂ ਫਿਰ ਨਿਕਲਣਾ ਬਹੁਤ ਔਖਾ ਹੁੰਦਾ ਆ। ਪਰ ਕਈ ਵਾਰੀ ਅਸੀਂ ਫਿਰ ਜਿਹੜਾ ਆ ਉਹ ਧੋਖਾ ਖਾ ਜਾਂਦੇ ਆ। ਪਰ ਜਦੋਂ ਇੰਨਾ ਤਾਂ ਕੋਈ ਵੀ ਮਨੁੱਖ ਜਿਹੜਾ ਆ ਉਹ ਇੰਨਾ ਐਕਸਪਰਟ ਨਹੀਂ ਆ ਕਿ ਉਹ 1-2 ਵਾਰੀ ਦੇ ਵਿੱਚ ਹੀ ਇਹਨਾਂ ਚੀਜ਼ਾਂ ਦੇ ਲਈ ਸਿੱਖ ਜਾਵੇ ਆਪਣੀ ਲਾਈਫ ਦੇ ਵਿੱਚ। ਪਰ ਕੀ ਆ, ਸਾਨੂੰ ਐਵਰੀਡੇ ਐਕਸਪੀਰੀਅੰਸ ਕਰਨਾ ਪੈਂਦਾ, ਸਾਨੂੰ ਐਵਰੀਡੇ ਐਕਸਰਸਾਈਜ਼ ਕਰਨੀ ਪੈਂਦੀ, ਉਹਨਾਂ ਚੀਜ਼ਾਂ ਨੂੰ ਜਿਹੜਾ ਅਧਿਐਨ ਕਰਨਾ ਪੈਂਦਾ ਆ, ਉਹਨਾਂ ਚੀਜ਼ਾਂ ਦੇ ਤਜਰਬੇ ਦੇ ਵਿੱਚੋਂ ਦੀ ਨਿਕਲਣਾ ਪੈਂਦਾ ਆ ਕਿ ਕਿੱਦਾਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਜਾ ਸਕਦੇ ਹਾਂ। ਔਰ ਉਸ ਤਜਰਬੇ ਦੇ ਵਿੱਚੋਂ ਨਿਕਲਣ ਦੇ ਲਈ ਜਦੋਂ ਸਾਨੂੰ ਲੱਗਦਾ ਕਿ ਇਹ ਜਿਹੜੀ ਆਵਾਜ਼ ਆ ਉਹ ਪਰਮੇਸ਼ਵਰ ਦੇ ਵੱਲੋਂ ਆ, ਤਾਂ ਤੁਸੀਂ ਉਹ ਆਵਾਜ਼ ਤੁਹਾਨੂੰ ਕੀ ਕਹਿ ਰਹੀ ਆ ਫੱਟ ਦੇਣੀ ਤੁਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਲੱਭੋ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਇੰਨੇ ਐਕਸਪਰਟ ਨਹੀਂ ਆ ਕਿ ਬਾਈਬਲ ਦੇ ਵਿੱਚੋਂ ਤੁਸੀਂ ਕਿੱਦਾਂ ਉਸ ਚੀਜ਼ ਨੂੰ ਲੱਭ ਸਕਦੇ ਕਿ ਹਜ਼ਾਰਾਂ ਪੰਨਿਆਂ ਦੀ ਬਾਈਬਲ ਆ, ਔਰ ਤੁਸੀਂ ਇੱਕ ਉਹ ਚੀਜ਼ ਜਿਹੜੀ ਤੁਹਾਨੂੰ ਲੱਗਦਾ ਕਿ ਪਰਮੇਸ਼ਵਰ ਦੇ ਵੱਲੋਂ ਆ, ਤੁਸੀਂ ਉਸ ਪਾਰਟੀਕੂਲਰ ਚੀਜ਼ ਦੇ ਬਾਰੇ ਕਿੱਥੋਂ ਜਾ ਕੇ ਪੜ੍ਹਨਾ ਆ। ਤਾਂ ਅੱਜ ਕੱਲ੍ਹ ਤਾਂ ਪਰਮੇਸ਼ਵਰ ਦੀ ਕਿਰਪਾ ਨਾਲ ਪਰਮੇਸ਼ਵਰ ਨੇ ਆਪਾਂ ਨੂੰ ਇੰਨੇ ਅਪਡੇਟਡ ਦੁਨੀਆ ਦੇ ਵਿੱਚ ਲਿਆ ਕੇ ਰੱਖਿਆ ਕਿ ਸਾਡੇ ਲਈ ਪਰਮੇਸ਼ਵਰ ਨੇ ਤਾਂ ਸੋਰਸਿਸ ਹੀ ਬੜੇ ਖੋਲ੍ਹੇ ਆ। ਤਾਂ ਤੁਸੀਂ ਗੂਗਲ ਖੋਲ੍ਹੋ ਔਰ ਉਹਦੇ ਵਿੱਚ ਜੋ ਆਵਾਜ਼ ਤੁਸੀਂ ਸੁਣੀ ਆ ਉਹ ਲਿਖ ਕੇ ਤੁਸੀਂ ਪਾ ਸਕਦੇ ਆ ਕਿ ਰਿਲੇਟਡ ਬਾਈਬਲ ਵਰਡਸ, ਹੈ ਨਾ। ਤਾਂ ਉਹਦੇ ਨਾਲ ਰਿਲੇਟਡ ਜਿਹੜੀਆਂ ਬਾਈਬਲ ਵਰਡਸਿਸ ਆ ਉਹ ਖੁੱਲ੍ਹ ਜਾਣਗੀਆਂ ਐਂਡ ਦੈਨ ਤੁਸੀਂ ਉਹ ਪੜ੍ਹੋ ਬਾਈਬਲ ਵਰਡਸ ਕਿ ਜਿਹੜੀ ਆਵਾਜ਼ ਤੁਸੀਂ ਸੁਣੀ ਆ ਉਹਦੇ ਬਾਰੇ ਵਿੱਚ ਬਾਈਬਲ ਕੀ ਕਹਿੰਦਾ ਆ, ਔਰ ਫਿਰ ਤੁਸੀਂ ਉਹਨੂੰ ਕੰਪੇਅਰ ਕਰੋ ਕਿ ਬਾਈਬਲ ਉਹਦੇ ਫੇਵਰ ਦੇ ਵਿੱਚ ਬੋਲਦਾ ਆ ਜਾਂ ਬਾਈਬਲ ਉਹਦੇ ਅਗੇਂਸਟ ਬੋਲਦਾ ਆ। ਅਗਰ ਬਾਈਬਲ ਉਹਦੇ ਫੇਵਰ ਦੇ ਵਿੱਚ ਬੋਲਦਾ ਆ, ਸਿੱਧਾ ਹੀ ਮਤਲਬ ਆ ਕਿ ਪਰਮੇਸ਼ਵਰ ਜੀ ਦੀ ਆਵਾਜ਼ ਆ। ਪਰ ਅਗਰ ਬਾਈਬਲ ਉਹਦੇ ਨਾਲ ਫੇਵਰ ਨਹੀਂ ਕਰਦਾ, ਬਾਈਬਲ ਉਸ ਆਵਾਜ਼ ਦੇ ਨਾਲ ਉਹਨਾਂ ਸ਼ਬਦਾਂ ਦੇ ਨਾਲ ਐਗਰੀ ਨਹੀਂ ਕਰਦਾ, ਤਾਂ ਮਤਲਬ ਉਹ ਪਰਮੇਸ਼ਵਰ ਜੀ ਦੇ ਵੱਲੋਂ ਸ਼ਬਦ ਜਿਹੜੇ ਆ ਉਹ ਨਹੀਂ ਆ। ਇਸ ਤਰੀਕੇ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਜਿਹੜੀਆਂ ਲੇਟੈਸਟ ਚੀਜ਼ਾਂ ਆ ਇਹਨਾਂ ਨੂੰ ਅਸੀਂ ਪਰਮੇਸ਼ਵਰ ਦੇ ਕਿੰਗਡਮ ਦੇ ਲਈ ਯੂਜ਼ ਕਰ ਸਕਦੇ ਹਾਂ। ਅਸੀਂ ਇਹਨਾਂ ਨੂੰ ਆਪਣੀ ਸਪਿਰਿਚੁਅਲ ਜਿਹੜੀ ਹੈਲਪ ਆ, ਇੱਕ ਆਤਮਿਕ ਮਦਦ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ, ਬਜਾਏ ਇਸ ਦੇ ਕਿ ਅਸੀਂ ਫੋਨ ਫੜੀਏ ਤੇ ਉਹਦੇ ਤੇ ਪੋਰਨੋਗ੍ਰਾਫੀ ਦੇਖੀਏ, ਬਜਾਏ ਇਸ ਦੇ ਕਿ ਅਸੀਂ ਇਹਦੇ ਤੇ ਮਤਲਬ ਜਿਹੜੀਆਂ ਲਸਟਫੁਲ ਥਿੰਗਸ ਆ ਉਹਨਾਂ ਨੂੰ ਦੇਖੀਏ। ਤਾਂ ਜਿਹੜੀਆਂ ਨੌਨਸੈਂਸ ਸਟੋਰੀਜ਼ ਆ ਜਾਂ ਨੌਨਸੈਂਸ ਚੀਜ਼ਾਂ ਆ ਉਹਨਾਂ ਦੇ ਲਈ ਇਹਨਾਂ ਨੂੰ ਅਸੀਂ ਯੂਜ਼ ਕਰੀਏ। ਸਾਨੂੰ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਵੇ ਦੇ ਨਾਲ ਯੂਜ਼ ਕਰਨ ਦੀ ਜ਼ਰੂਰਤ ਹੈ। ਤੁਸੀਂ ਇਹਨਾਂ ਦੇ ਫੁੱਲ ਡੇ ਤੁਸੀਂ ਇੰਟਰਨੈਟ ਯੂਜ਼ ਕਰਨਾ ਚਾਹੁੰਦੇ ਹੋ, ਫੁੱਲ ਡੇ ਇੰਟਰਨੈਟ ਯੂਜ਼ ਕਰੋ, ਬਟ ਤੁਸੀਂ ਉਹਦਾ ਜਿਹੜਾ ਆ ਮਿਸ ਯੂਜ਼ ਨਾ ਕਰੋ। ਤੁਸੀਂ ਉਹਦਾ ਜਿਹੜਾ ਆ ਰਾਈਟ ਯੂਜ਼ ਕਰੋ, ਉਹਦਾ ਸਹੀ ਇਸਤੇਮਾਲ ਕਰੋ। ਹਰ ਪਰਮੇਸ਼ਵਰ ਦੇ ਅੱਗੇ ਆਰਗੂਮੈਂਟ ਕਰਨਾ ਬੰਦ ਕਰੋ। ਅਗਰ ਪਰਮੇਸ਼ਵਰ ਨੇ ਤੁਹਾਨੂੰ ਕੋਈ ਕੰਮ ਦਿੱਤਾ ਆ ਤਾਂ ਪਰਮੇਸ਼ਵਰ ਨੇ ਉਸ ਕੰਮ ਦੇ ਲਈ ਤੁਹਾਡਾ ਰਸਤਾ ਜ਼ਰੂਰ ਖੋਲ੍ਹਿਆ ਆ। ਕਈ ਵਾਰੀ ਪਰਮੇਸ਼ਵਰ ਜੀ ਕਹਿ ਸਕਦੇ ਆ ਤੇਰੀ ਸੇਵਕਾਈ ਵਿਦੇਸ਼ ਦੇ ਵਿੱਚ ਆ, ਹੈ ਨਾ। ਤਾਂ ਕੁਛ ਲੋਕੀ ਸੋਚਾਂ 'ਚ ਪੈ ਜਾਂਦੇ ਉਦੋਂ ਹੀ, ਅੱਛਾ ਮੇਰੀ ਸੇਵਕਾਈ ਵਿਦੇਸ਼ ਦੇ ਵਿੱਚ ਆ, ਓਕੇ ਮੇਰੀ ਸੇਵਕਾਈ ਵਿਦੇਸ਼ ਦੇ ਵਿੱਚ, ਸੋਚੀ ਜਾਣਾ, ਗੁੰਨੀ ਜਾਣਾ ਉਸ ਚੀਜ਼ ਨੂੰ, ਪਰ ਮੇਰੇ ਕੋਲ ਤੇ ਏਜੰਟਾਂ ਨੂੰ ਦੇਣ ਲਈ ਪੈਸੇ ਹੀ ਹੈ ਨਹੀਂ। ਤਾਂ ਮਤਲਬ ਉਹਨਾਂ ਦੀ ਪਹਿਲੀ ਸੋਚ ਕਿੱਥੇ ਗਈ ਕਿ ਏਜੰਟਸ ਨੂੰ ਦੇਣ ਦੇ ਲਈ ਪੈਸੇ ਹੈ ਨਹੀਂ। ਉਹਨਾਂ ਦੀ ਪਹਿਲੀ ਸੋਚ ਕੀ ਹੋਣੀ ਚਾਹੀਦੀ ਸੀ ਕਿ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਕਰਕੇ ਵਚਨ ਦੇ ਵਿੱਚ ਇਦਾਂ ਲਿਖਿਆ, ਦੁਨੀਆ ਦੇ ਕੰਢੇ ਤੀਕ ਤੁਸੀਂ ਮੇਰੇ ਗਵਾਹ ਹੋਵੋਗੇ। ਜੇ ਤੁਸੀਂ ਕਹਿੰਦੇ ਆ ਵਿਦੇਸ਼ ਦੇ ਵਿੱਚ ਮੇਰੀ ਸੇਵਕਾਈ ਆ ਤਾਂ ਤੁਸੀਂ ਜ਼ਰੂਰ ਮੈਨੂੰ ਲੈ ਕੇ ਵੀ ਜਾਓਗੇ, ਤੁਸੀਂ ਮੈਨੂੰ ਮੌਕਾ ਵੀ ਦਿਓਗੇ। ਜਦ ਤੱਕ ਤੁਸੀਂ ਮੈਨੂੰ ਲੈ ਕੇ ਨਹੀਂ ਜਾਂਦੇ ਮੈਂ ਉਸ ਸੇਵਕਾਈ ਦੇ ਲਈ ਆਪਣੇ ਆਪ ਨੂੰ ਤਿਆਰੀ ਦੇ ਵਿੱਚ ਪ੍ਰਭੂ ਤੁਹਾਡੇ ਅੱਗੇ ਰੱਖਦਾ ਆ।
ਉਦੋਂ ਤੱਕ ਤੁਸੀਂ ਮੇਰੀ ਨੀਂਹ ਨੂੰ ਪ੍ਰਭੂ ਜੀ ਮਜ਼ਬੂਤ ਕਰੋ, ਤਾਂ ਜੋ ਜਦੋਂ ਮੈਂ ਆਪਣੇ ਸੇਵਕਾਈ ਦੇ ਪੀਰੀਅਡ ਦੇ ਵਿੱਚ ਜਾਵਾਂ ਤੇ ਮੈਂ ਜਾ ਕੇ ਉਸ ਚੀਜ਼ ਦੇ ਵਿੱਚ ਜਿਹੜਾ ਆ ਉਹ ਪਰਪੱਖ ਨਿਕਲਾਂ, ਔਰ ਫਿਰ ਮੈਂ ਪ੍ਰਭੂ ਤੁਹਾਡੀ ਦਿੱਤੀ ਹੋਈ ਜਿਹੜੀ ਕਾਲਿੰਗ ਆ ਉਹਦੇ ਲਈ ਸਹੀ ਤਰੀਕੇ ਨਾਲ ਕੰਮ ਕਰ ਸਕਾਂ। ਪਰ ਸਾਡੀ ਸੋਚ ਤਾਂ ਉਦੋਂ ਹੀ, ਅੱਛਾ ਪਰਮੇਸ਼ਵਰ ਨੇ ਆਵਾਜ਼ ਭੇਜੀ ਆਪਣੇ ਨਬੀ ਦੇ ਰਾਹੀਂ ਜਾਂ ਕਿਸੇ ਦੇ ਰਾਹੀਂ ਕਿ ਤੇਰੀ ਜਿਹੜੀ ਸੇਵਕਾਈ ਉਹ ਵਿਦੇਸ਼ ਦੇ ਵਿੱਚ ਆ। ਜ਼ਰੂਰੀ ਨਹੀਂ ਆ ਕਿ ਵਿਦੇਸ਼ ਦੇ ਵਿੱਚ ਹੀ ਹੋਵੇ, ਬਟ ਆਪਾਂ ਫੋਰ ਐਗਜ਼ਾਮਪਲ ਗੱਲ ਕਰਦੇ, ਉਦਾਹਰਨ ਦੇ ਤੌਰ ਤੇ ਗੱਲ ਕਰਦੇ, ਤਾਂ ਅਸੀਂ ਉਧਾਰ ਫੜਨਾ ਸ਼ੁਰੂ ਕਰ ਦਿੰਦੇ ਆ ਕਿ ਮੈਨੂੰ ਤੇ ਜੀ ਪਰਮੇਸ਼ਵਰ ਦੇ ਵੱਲੋਂ ਆਵਾਜ਼ ਆਈ ਆ, ਮਾਸੀ ਕੋਲੋਂ 10 ਲੱਖ ਲੈ ਲਓ, 2 ਲੱਖ ਭੂਆ ਕੋਲੋਂ ਲੈ ਲਓ, ਹਨਾ ਮਾਮੇ ਕੋਲੋਂ ਲੈ ਲਓ 2 ਲੱਖ, ਤੇ ਮਤਲਬ 40-50 ਲੱਖ ਰੁਪਇਆ ਜਿਹੜਾ ਹੈ ਉਹ ਕਰਜ਼ਾ ਚੜਾ ਕੇ ਤੇ ਜਿਹੜੇ ਕੋਲ ਘਰ ਵੀ ਸੀ ਉਹ ਵੀ ਗਹਿਣੇ ਰੱਖ ਕੇ ਤੇ ਉਹ ਕਿਸੇ ਇਹੋ ਜਿਹੇ ਮਨੁੱਖ ਦੇ ਹੱਥਾਂ ਵਿੱਚ ਦੇ ਦਿੱਤਾ ਜਿਹੜਾ ਰੱਬ ਦੇ ਮਤਲਬ ਨੇੜੇ ਜਾਣ ਦਾ ਕੀ ਕਿ ਰੱਬ ਦੀ ਬਾਣੀ ਦੇ ਨੇੜਿਓਂ ਦੀ ਵੀ ਨਹੀਂ ਲੰਘਿਆ, ਤਾਂ ਉਹਦੇ ਹੱਥਾਂ ਵਿੱਚ ਤੁਸੀਂ ਦੇਤਾ। ਪਰ ਤੁਸੀਂ ਪਰਮੇਸ਼ਵਰ ਦੇ ਉੱਤੇ ਤਾਂ ਭਰੋਸਾ ਹੀ ਨਹੀਂ ਕੀਤਾ। ਹੁਣ ਤੁਸੀਂ ਉਹਦੇ ਹੱਥਾਂ ਦੇ ਵਿੱਚ ਪੈਸੇ ਦੇ ਕੇ ਤੁਸੀਂ ਦਿਸ ਵੇ ਔਰ ਦੈਟ ਵੇ ਵੀਜ਼ਾ ਲੈ ਲਿਆ, ਤੁਸੀਂ ਬਾਹਰ ਗਏ ਜਾ ਕੇ, ਹੁਣ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਕਿਉਂਕਿ ਤੁਸੀਂ ਤਾਂ ਇੱਕੋ ਚੀਜ਼ ਨੂੰ ਲਿਆ ਕਿ ਪਰਮੇਸ਼ਵਰ ਨੇ ਕਿਹਾ ਵਿਦੇਸ਼ ਵਿੱਚ ਤੇਰੀ ਸੇਵਕਾਈ ਆ, ਮੈਂ ਵਿਦੇਸ਼ ਦੇ ਵਿੱਚ ਪਹੁੰਚ ਗਿਆ ਪਰ ਇੱਥੇ ਮੈਂ ਸੇਵਾ ਕਰਾਂਗਾ, ਔਰ ਉੱਥੇ ਜਾ ਕੇ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਘਸਮੈਣ ਪੈ ਗਿਆ ਆ, ਉੱਥੇ ਜਾ ਕੇ ਉਹ ਸਾਰਾ ਹੀ ਜਿਹੜਾ ਆ ਹੌਚ ਪੌਚ ਹੋ ਗਿਆ, ਤਾਂ ਸਾਨੂੰ ਸਮਝ ਨਹੀਂ ਆ ਰਹੀ ਹੁਣ ਮੈਂ ਕੀ ਕਰਾਂ। ਤਾਂ ਫਿਰ ਅਸੀਂ ਕਹਿੰਦੇ ਨਹੀਂ ਉਹ ਨਬੀ ਗਲਤ ਸੀ, ਉਹ ਫਲਾਨਾ ਬੰਦਾ ਗਲਤ ਸੀ, ਨਹੀਂ ਪਰਮੇਸ਼ਵਰ ਨੇ ਮੇਰੇ ਨਾਲ ਧੋਖਾ ਕੀਤਾ। ਤੇ ਮੈਂ ਤੁਹਾਨੂੰ ਦੱਸਾਂ ਪ੍ਰਭੂ ਕਦੀ ਕਿਸੇ ਨਾਲ ਧੋਖਾ ਨਹੀਂ ਕਰਦੇ। ਪ੍ਰਭੂ ਦੇ ਸੁਭਾਅ ਦੇ ਵਿੱਚ ਧੋਖੇਬਾਜ਼ੀ ਨਹੀਂ ਆ, ਧੋਖਾ ਕਰਨਾ ਮਨੁੱਖ ਦਾ ਸੁਭਾਅ ਆ, ਪਰਮੇਸ਼ਵਰ ਦਾ ਸੁਭਾਅ ਨਹੀਂ ਆ। ਹਾਂਜੀ ਤੁਹਾਡੀ ਸੇਵਕਾਈ ਬੇਸ਼ੱਕ ਵਿਦੇਸ਼ ਦੇ ਵਿੱਚ ਸੀ, ਪਰ ਜਿਹਦੇ ਲਈ ਤੁਸੀਂ ਸੇਵਕਾਈ ਕਰਨੀ, ਜਿੰਨੇ ਤੁਹਾਨੂੰ ਸੇਵਕਾਈ ਲਈ ਖੜੇ ਕੀਤਾ ਉਹਦੇ ਉੱਤੇ ਤਾਂ ਤੁਸੀਂ ਭਰੋਸਾ ਹੀ ਨਹੀਂ ਕੀਤਾ, ਤੁਸੀਂ ਤਾਂ ਆਪਣੀ ਮੱਤ ਦੇ ਅਨੁਸਾਰ ਚੱਲੇ। ਤੁਹਾਨੂੰ ਪਰਮੇਸ਼ਵਰ ਨੇ ਇਹ ਤਾਂ ਨਹੀਂ ਸੀ ਕਿਹਾ ਕਿ ਉਧਾਰ ਚੱਕ ਤੇ ਤੁਸੀਂ ਆਪਣਾ ਘਰ-ਬਾਰ ਗਹਿਣੇ ਰੱਖ ਕੇ ਤੇ ਫਿਰ ਤੂੰ ਚਲਿਆ ਜਾ। ਤੁਹਾਨੂੰ ਯਕੀਨ ਕਰਨਾ ਚਾਹੀਦਾ ਕਿ ਅਗਰ ਪਰਮੇਸ਼ਵਰ ਜੀ ਨੇ ਇਹ ਗੱਲ ਕਹੀ ਆ ਤਾਂ ਅਗਰ ਇਹ ਪਰਮੇਸ਼ਵਰ ਦੇ ਵੱਲੋਂ ਆ, ਪਰਮੇਸ਼ਵਰ ਮੇਰੇ ਲਈ ਰਾਹ ਤਿਆਰ ਕਰਨਗੇ। ਔਰ ਪ੍ਰਭੂ ਦੇ ਰਾਹ ਜਿਹੜੇ ਆ ਉਹ ਮਨੁੱਖ ਦੀਆਂ ਸੋਚਾਂ ਤੋਂ ਪਰੇ ਆ, ਤਾਂ ਪਰਮੇਸ਼ਵਰ ਜੀ ਤੁਹਾਡੇ ਲਈ ਉਹ ਦਿਸ ਵੇ ਔਰ ਦੈਟ ਵੇ ਕਿਸੇ ਵੀ ਤਰੀਕੇ ਦੇ ਨਾਲ ਪ੍ਰਭੂ ਜੀ ਤੁਹਾਡੇ ਲਈ ਕਰ ਸਕਦੇ ਆ, ਸਹੀ ਸਮਾਂ ਆਉਣ ਤੇ। ਇਸ ਲਈ ਗਰਮ ਚੀਜ਼ ਨੂੰ ਮੂੰਹ ਦੇ ਵਿੱਚ ਪਾਉਣਾ ਛੱਡ ਦਿਓ, ਇਹ ਨਾ ਹੋਏ ਮੂੰਹ ਦੇ ਵਿੱਚ ਛਾਲੇ ਪੈ ਜਾਣ। ਭਾਵ ਇੰਨੀ ਜਲਦਬਾਜ਼ੀ ਨਾ ਕਰਿਆ ਕਰੋ ਕਿ ਸਾਨੂੰ 10 ਵਰਸਿਸ ਚੇਤੇ ਹੋਈਆਂ ਕਿ ਵਚਨ 'ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਪਰਮੇਸ਼ਰ ਆਪਣੇ ਤਾਲਿਬਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਆਉਣ ਦੇਗਾ, ਅਬ ਜਿੱਥੇ 2 ਜਾਂ 3 ਮੇਰੇ ਨਾਮ 'ਚ ਇਕੱਠੇ ਹੋਣ ਮੈਂ ਉਹਨਾਂ ਦੇ ਵਿਚਕਾਰ ਆ, ਅਰੇ ਪਰਮੇਸ਼ਰ ਸਾਡਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਗਿਆ। ਤਾਂ ਮਤਲਬ ਇਹ ਜਿਹੜੀਆਂ ਬਲਾ ਜਿਹੜੀਆਂ 10 ਜਿਹੜੀਆਂ ਵਰਸਿਸ ਆ ਉਹਨਾਂ ਨੂੰ ਚੇਤੇ ਕੀਤਾ, ਫਿਰ ਆਪਣੇ ਬਾਈਬਲ ਨੂੰ ਚੱਕਿਆ, ਫਿਰ ਇੱਥੇ ਲਿਆ ਤੇ ਕਿਸੇ ਦੇ ਘਰ ਦੀ ਡੋਰ ਨੌਕ ਕੀਤੀ ਕਿ ਹਾਂਜੀ ਜੀ ਮੈਂ ਪਾਸਟਰ ਫਲਾਨਾ ਆ। ਤਾਂ ਮਤਲਬ ਇੰਨੀ ਜਲਦਬਾਜ਼ੀ ਨਾ ਕਰਿਆ ਕਰੋ। ਤੇ ਫਿਰ ਕਿਸੇ ਨੇ ਤੁਹਾਨੂੰ ਬੰਨ ਲਿਆ ਤੇ ਕੋਈ ਛਡਾਉਣ ਵਾਲਾ ਨਾ ਹੋਇਆ, ਤਾਂ ਫਿਰ ਤੁਸੀਂ ਪਰਮੇਸ਼ਵਰ ਨੂੰ ਮਹਿਮਾ ਦੇਣ ਦੇ ਚੱਕਰ ਦੇ ਵਿੱਚ ਕਈ ਵਾਰੀ ਤੁਸੀਂ ਪਰਮੇਸ਼ਵਰ ਨੂੰ ਨਮੋਸ਼ੀ ਜਿਹੜੀ ਆ ਦਿਵਾਉਂਦੇ ਆ। ਤਾਂ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਖਤਰਨਾਕ ਆ, ਇਹ ਬਹੁਤ ਭਿਆਨਕ ਆ। ਸਾਡੇ ਦਿਲ ਦੀ ਤਮੰਨਾ ਆ ਕਿ ਹਰ ਇੱਕ ਇਨਸਾਨ ਜਿਹੜਾ ਆ ਉਹਦੀ ਲਾਈਫ ਦੇ ਵਿੱਚ ਚਾਹੇ ਥੋੜੀ ਚਾਹੇ ਬਹੁਤੀ ਜਿਹੜੀ ਆ ਉਹ ਇਵੈਂਜਲਿਜ਼ਮ ਦੀ ਜਿਹੜੀ ਆ ਉਹ ਚੀਜ਼ ਜਿਹੜੀ ਆ ਹੋਣੀ ਬਹੁਤ ਜ਼ਰੂਰੀ ਆ, ਹੋਣੀ ਚਾਹੀਦੀ ਆ। ਪਰ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਮਤਲਬ ਵਿਦਆਊਟ ਕਾਲਿੰਗ ਤੁਸੀਂ ਜਿਹੜਾ ਆ ਉਹ ਨਿਕਲ ਤੁਰੋ, ਭੱਜ ਤੁਰੋ ਤੇ ਫਿਰ ਤੁਸੀਂ ਖਤਰੇ ਵਿੱਚ ਪੈ ਜਾਵੋ ਤੇ ਫਿਰ ਥੋੜੀ ਦੇਰ ਬਾਅਦ ਪਤਾ ਲੱਗੇ ਜੀ ਹਾਂਜੀ ਅੱਛਾ ਉਹ ਪਾਸਟਰ ਉਹ ਤੇ ਠੇਕੇ ਤੇ ਬੈਠਾ ਆ। ਤਾਂ ਮਤਲਬ ਬਹੁਤ ਸਾਰੇ ਲੋਕਾਂ ਨੂੰ ਪਰਸਨਲੀ ਅਸੀਂ ਜਾਣਦੇ ਆ ਜਿਹੜੇ ਆਏ ਕਿ ਹਾਂਜੀ ਅਸੀਂ ਜੀ ਪ੍ਰਭੂ ਜੀ ਦੇ ਪਿੱਛੇ ਚੱਲਣਾ, ਠੀਕ ਹੈ, ਉਹ ਬੈਠੇ ਬਹੁਤ ਸੋਹਣੇ ਤਰੀਕੇ ਦੇ ਨਾਲ, ਉਹ ਇੱਕ ਅੱਛੇ ਵਿਸ਼ਵਾਸੀ ਸੀ ਬੈਠੇ, ਔਰ ਫਿਰ ਉਹ ਨਿਕਲੇ ਹਨਾ ਕਿ ਅਸੀਂ ਹੁਣ ਬਹੁਤ ਦੇਰ ਤੱਕ ਸਿੱਖ ਨਹੀਂ ਸਕਦੇ, ਬਸ ਸਾਡੇ ਸਿੱਖਣ ਦਾ ਜਿਹੜਾ ਹੈ ਨਾ ਉਹ ਸਟੋਰੇਜ ਫੁੱਲ ਹੋ ਗਈ ਆ, ਹੁਣ ਸਾਡੀ ਜਿਹੜੀ ਆ ਉਹ ਸਿੱਖਿਆ ਜਿੰਨੀ ਕੁ ਸਿੱਖੀ ਆ ਨਾ ਉਹਨੂੰ ਬਾਹਰ ਕੱਢਣ ਦੀ ਜਿਹੜੀ ਆ ਉਹ ਵਾਰੀ ਆ ਗਈ। ਤਾਂ ਉਹ ਜਿੰਨੀ ਕੁ ਸੀ ਉਹਨਾਂ ਨੇ ਫਟਾਫਟ ਉਹ ਬਾਹਰ ਵੀ ਕੱਢ ਦਿੱਤੀ। ਆ ਕੀ ਹੋਇਆ ਹੁਣ ਉਹ ਖਤਮ ਹੋ ਗਈ ਕਿਉਂਕਿ ਹੋਰ ਤਾਂ ਉਹਨਾਂ ਨੇ ਸਿੱਖਿਆ ਹੀ ਨਹੀਂ। ਉਹ ਸਿੱਖ ਰਹੇ ਸੀ ਉਹੀ ਚੀਜ਼ਾਂ ਕਿ ਇੱਕ ਪਾਸਟਰ ਖਲੋਂਦਾ ਕਿੱਦਾਂ ਆ, ਇੱਕ ਪਾਸਟਰ ਦੀ ਟਾਈ ਕਿੱਦਾਂ ਦੀ, ਇੱਕ ਪਾਸਟਰ ਦਾ ਬੋਲਣ ਦਾ ਤਰੀਕਾ ਕਿੱਦਾਂ ਦਾ, ਇੱਕ ਪਾਸਟਰ ਚਰਚ 'ਚ ਐਂਟਰੀ ਕਿੱਦਾਂ ਕਰਦਾ ਆ, ਇੱਕ ਪਾਸਟਰ ਕਿਸੇ ਨਾਲ ਗੱਲ ਕਿੱਦਾਂ ਕਰਦਾ। ਇਹ ਤਾਂ ਉਹਨਾਂ ਨੇ ਸਿੱਖਿਆ ਹੀ ਨਹੀਂ ਕਿ ਪਵਿੱਤਰ ਆਤਮਾ ਨੂੰ ਪਾਸਟਰ ਕਿੱਦਾਂ ਸੁਣਦਾ ਆ, ਇਹ ਤਾਂ ਉਹਨਾਂ ਨੇ ਸਿੱਖਿਆ ਹੀ ਨਹੀਂ ਕਿ ਪਰਮੇਸ਼ਵਰ ਦੇ ਨਾਲ ਗੱਲ ਕਿੱਦਾਂ ਕਰਨੀ ਆ, ਇਹ ਤਾਂ ਸਿੱਖਿਆ ਹੀ ਨਹੀਂ ਪਰਮੇਸ਼ਵਰ ਦੀ ਆਵਾਜ਼ ਨੂੰ ਕਿੱਦਾਂ ਸੁਣਨਾ ਆ। ਤਾਂ ਮਤਲਬ ਉਹਨਾਂ ਨੇ ਉਹੀ ਚੀਜ਼ਾਂ ਸਿੱਖ ਛੱਡੀਆਂ ਕਿ ਪਾਸਟਰ ਦੇ ਕੱਪੜੇ ਕਿੱਦਾਂ ਦੇ ਆ, ਪਾਸਟਰ ਗੱਲ ਕਿੱਦਾਂ ਕਰਦਾ ਆ, ਪਾਸਟਰ ਲੋਕਾਂ ਨਾਲ ਕਿੱਦਾਂ ਟਰੀਟ ਕਰਦਾ ਆ, ਪਾਸਟਰ ਲੋਕਾਂ ਦੇ ਘਰਾਂ ਵਿੱਚ ਕਿੱਦਾਂ ਜਾਂਦਾ ਹੈ। ਮਤਲਬ ਜਦੋਂ ਉਹਨਾਂ ਨੂੰ ਲੱਗਿਆ ਕਿ ਹਾਂਜੀ ਇਹ ਤਾਂ ਬਹੁਤ ਵਧੀਆ ਤੇ ਸਿਖਾਲਾ ਕੰਮ ਆ, ਲੋਕੀ ਵੀ ਸਰਵ ਕਰਦੇ ਆ, ਤਾਂ ਚਲੋ ਜੀ ਉਹ ਤੁਰ ਪਏ। ਤਾਂ ਜਿੰਨਾ ਕੁ ਸਿੱਖਿਆ ਸੀ ਉਹ ਤੁਹਾਡਾ
ਮਹੀਨੇ ਜਾਂ 2 ਮਹੀਨੇ ਦੇ ਵਿੱਚ ਪੂਰਾ ਹੋ ਜਾਣਾ ਆ। ਜੇ ਉਹਨਾਂ ਦੇ ਲਈ ਆ ਇਹ ਗੱਲ ਜਿਹੜੇ ਪਰਮੇਸ਼ਵਰ ਦੇ ਆਤਮਾ ਤੋਂ ਨਹੀਂ ਸਿੱਖਦੇ ਪਰ ਸਿਰਫ ਉਹ ਆਪਣੀ ਬੁੱਧ ਦੇ ਨਾਲ ਸਿੱਖਦੇ ਆ, ਤਾਂ ਫਿਰ ਮਤਲਬ ਜਦੋਂ ਤੁਹਾਡੀ ਉਹ ਸਿੱਖਿਆ ਪੂਰੀ ਹੋ ਗਈ ਤਾਂ ਫਿਰ ਉਹਦੇ ਬਾਅਦ ਦੇ ਵਿੱਚ ਕੀ ਹੋਣਾ ਆ ਕਿ ਤੁਹਾਡਾ ਜਦੋਂ ਐਡਰੈਸ ਪੁੱਛਿਆ ਜਾਣਾ ਆ ਜਾਂ ਤੇ ਤੁਸੀਂ ਲੱਭਣਾ ਨਹੀਂ, ਤੁਹਾਡਾ ਉਹ ਐਡਰੈਸ ਨਹੀਂ ਹੋਣਾ, ਜਾਂ ਫਿਰ ਤੁਸੀਂ ਬਹੁਤ ਸਾਰੇ ਲੋਕੀ ਮੈਂ ਦੇਖੇ ਜਿਹੜੇ ਡਰੱਗ ਦੇ ਵਿੱਚ ਪੈ ਗਏ, ਜਿਹੜੇ ਨਸ਼ਿਆਂ ਦੇ ਵਿੱਚ ਪੈ ਗਏ, ਜਿਹੜੇ ਵਾਪਸ ਈਵਲ ਸਪਿਰਿਟ ਚਲੇ ਗਏ, ਜਿਹੜੇ ਖੁਦ ਨੂੰ ਪਾਸਟਰ ਕਹਿੰਦੇ ਸੀ ਉਹ ਦੁਸ਼ਟ ਦੇ ਕੰਮਾਂ ਦੇ ਪੁਜਾਰੀ ਬਣ ਗਏ, ਹਨਾ। ਤਾਂ ਮਤਲਬ ਇੰਨੀ ਜਲਦਬਾਜ਼ੀ ਨਾ ਕਰੋ, ਸਿੱਖਣਾ ਆ ਪਰਮੇਸ਼ਵਰ ਦੇ ਆਤਮਾ ਤੋਂ ਸਿੱਖੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਬਾਈਬਲ ਸਕੂਲ ਨੂੰ ਜਿਹੜਾ ਆ ਉਹ ਜੁਆਇਨ ਕਰੋ, ਕਿਉਂਕਿ ਡਿਪੈਂਡ ਕਰਦਾ ਕਿ ਤੁਹਾਨੂੰ ਸਿਖਾਉਣ ਵਾਲੇ ਟੀਚਰਸ ਕਿੱਦਾਂ ਦੇ ਆ ਉੱਥੇ। ਔਰ ਪਵਿੱਤਰ ਆਤਮਾ ਜੀ ਦੇ ਨਾਲੋਂ ਬੈਸਟ ਟੀਚਰ ਜਿਹੜਾ ਆ ਉਹ ਕੋਈ ਨਹੀਂ ਹੈਗਾ। ਔਰ ਪਵਿੱਤਰ ਬਾਈਬਲ ਦੇ ਨਾਲੋਂ ਵਧੀਆ ਕਿਤਾਬ ਜਿਹੜੀ ਆ, ਪਵਿੱਤਰ ਕਿਤਾਬ ਜਿਹੜੀ ਸਾਨੂੰ ਸਿਖਾਵੇ, ਮਨੁੱਖ ਨੂੰ ਸਿਖਾਵੇ, ਉਹਦੇ ਨਾਲੋਂ ਵਧੀਆ ਬੁੱਕ ਜਿਹੜੀ ਆ ਕੋਈ ਨਹੀਂ ਹੈਗੀ ਇਸ ਸ੍ਰਿਸ਼ਟੀ ਦੇ ਉੱਤੇ। ਇਸ ਲਈ ਸਭ ਤੋਂ ਅੱਛਾ ਟੀਚਰ, ਸਭ ਤੋਂ ਅੱਛਾ ਗੁਰੂ ਜਿਹੜਾ ਆ ਉਹਦੇ ਚੇਲੇ ਬਣੋ। ਔਰ ਉਹ ਅੱਛਾ ਗੁਰੂ ਹੈ ਪਵਿੱਤਰ ਆਤਮਾ, ਉਹਨੂੰ ਆਪਣਾ ਗੁਰੂ ਧਾਰਨ ਕਰੋ, ਉਹਦੇ ਤੁਸੀਂ ਚੇਲੇ ਬਣੋ। ਔਰ ਜੇ ਕੋਈ ਕਿਤਾਬ ਦੇ ਵਿੱਚੋਂ ਤੁਸੀਂ ਸਿੱਖਣਾ ਚਾਹੁੰਦੇ ਹੋ ਨਾ ਤਾਂ ਪਵਿੱਤਰ ਬਾਈਬਲ ਨੂੰ ਫੜੋ, ਕਿਉਂਕਿ ਜਿਹੜੀਆਂ ਅਸੀਂ ਮਨੁੱਖਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹਦੇ ਆ ਉਹ ਬਾਈਬਲ ਦੇ ਵਿੱਚੋਂ ਹੀ ਉਹਨਾਂ ਨੇ ਲਈਆਂ ਆ, ਪਰ ਹਰੇਕ ਮਨੁੱਖ ਨੇ ਆਪਣੀ ਸਮਝ ਦੇ ਨਾਲ ਉਹਨਾਂ ਨੂੰ ਐਕਸਪਲੇਨ ਕੀਤਾ ਹੈ। ਤਾਂ ਜਦੋਂ ਅਸੀਂ ਉਹ ਮਨੁੱਖ ਦੀ ਬੁੱਧ ਦੇ ਨਾਲ ਲਿਖੀਆਂ ਹੋਈਆਂ ਜਿਹੜੀਆਂ ਕਿਤਾਬਾਂ ਪੜ੍ਹਦੇ ਆ, ਫਿਰ ਅਸੀਂ ਉਸੇ ਮਤਲਬ ਉਹ ਬੁੱਧ ਜਿਹੜੀ ਉਹ ਬੜੀ ਕੰਜਸਟਡ ਜੀ ਆ, ਬੜੀ ਲਿਮਟਿਡ ਜਿਹੀ ਆ, ਤਾਂ ਅਸੀਂ ਉਸ ਥੋੜੇ ਜਿਹੇ ਗਿਆਨ ਦੇ ਵਿੱਚ ਕੈਦ ਹੋ ਜਾਂਦੇ ਕਿ ਹਾਂਜੀ ਫਲਾਣੇ ਰਾਈਟਰ ਨੇ ਤਾਂ ਇਦਾਂ ਲਿਖਿਆ, ਫਲਾਣੇ ਰਾਈਟਰ ਨੇ ਇਦਾਂ ਲਿਖਿਆ, ਕਿ ਇਹਦਾ ਮਤਲਬ ਇੰਨਾ ਹੀ ਹੋ ਸਕਦਾ, ਉਹਦਾ ਮਤਲਬ ਉਹਦੇ ਨਾਲੋਂ ਕਿਤੇ ਹੀ ਉੱਚਾ ਤੇ ਕਿਤੇ ਹੀ ਵੱਖਰਾ ਹੋਵੇ। ਪਰ ਜਦੋਂ ਤੁਸੀਂ ਪਵਿੱਤਰ ਬਾਈਬਲ ਨੂੰ ਪੜ੍ਹੋਗੇ ਔਰ ਪਵਿੱਤਰ ਆਤਮਾ ਜੀ ਨੂੰ ਆਪਣਾ ਟੀਚਰ ਲੈ ਕੇ ਔਰ ਫਿਰ ਤੁਸੀਂ ਉਹਨਾਂ ਤੋਂ ਪੁੱਛੋਗੇ ਕਿ ਪਵਿੱਤਰ ਆਤਮਾ ਜੀ ਮੈਨੂੰ ਐਕਸਪਲੇਨ ਕਰੋ ਇਹ ਚੀਜ਼ਾਂ, ਪਵਿੱਤਰ ਆਤਮਾ ਜੀ ਮੇਰੇ ਉੱਤੇ ਪ੍ਰਗਟ ਕਰੋ, ਮੈਂ ਇਸ ਚੀਜ਼ ਨੂੰ ਸਿੱਖਣਾ ਚਾਹੁੰਦਾ, ਪਵਿੱਤਰ ਆਤਮਾ ਜੀ ਮੈਂ ਇਸ ਚੀਜ਼ ਨੂੰ ਸਮਝਣਾ ਚਾਹੁੰਦਾ, ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਓ ਕਿੰਨੀ ਬਰੀਕੀ ਦੇ ਨਾਲ, ਕਿੰਨੀ ਗਹਿਰਾਈ ਦੇ ਨਾਲ ਔਰ ਕਿੰਨਾ ਸੁਚੱਜੇ ਤਰੀਕੇ ਦੇ ਨਾਲ ਪਵਿੱਤਰ ਆਤਮਾ ਜੀ ਜਿਹੜੇ ਆ ਉਹ ਤੁਹਾਨੂੰ ਸਿਖਾਉਣਗੇ। ਤੁਸੀਂ ਜ਼ਰੂਰ, ਕਿਉਂਕਿ ਦੇਖੋ ਇਹ ਜਿਹੜੀ ਸ੍ਰਿਸ਼ਟੀ ਆ ਨਾ, ਇਹਦੇ ਉੱਤੇ ਬੜੀਆਂ ਫਾਰਮੈਲਿਟੀਜ਼ ਆ ਜਿਹੜੀਆਂ ਮਨੁੱਖ ਨੂੰ ਕਰਨੀਆਂ ਪੈਂਦੀਆਂ, ਜਿਨ੍ਹਾਂ ਵੱਲ ਧਿਆਨ ਦੇਣਾ ਪੈਂਦਾ ਕਿ ਹਾਂਜੀ ਤੁਹਾਡੇ ਕੋਲ ਜੀ ਸਰਟੀਫਿਕੇਟ ਹੋਣੇ ਚਾਹੀਦੇ ਆ ਤਾਂ ਤੁਸੀਂ ਜਿਹੜਾ ਹੈ ਉਹ ਕਰ ਸਕਦੇ ਆ। ਅਸੀਂ ਵੀ ਕੀਤੇ ਆ ਉਹ ਸਰਟੀਫਿਕੇਟਸ ਵਾਸਤੇ, ਸਾਨੂੰ ਵੀ ਪੜ੍ਹਨਾ ਪਿਆ ਆ, ਸਾਨੂੰ ਵੀ ਥੀਸਿਸ ਬਣਾਉਣੇ ਪਏ ਆ, ਮਤਲਬ ਸਟੈਪ ਬਾਏ ਸਟੈਪ ਸਾਰੀ ਬਾਈਬਲ ਸਟੱਡੀ ਜਿਹੜੀ ਆ ਉਹ ਕਰਨੀ ਪਈ ਆ, ਕਿਉਂਕਿ ਇੱਕ ਲੀਗਲ ਵੇ ਦੇ ਨਾਲ, ਕਿਉਂਕਿ ਬਚਨ ਸਾਨੂੰ ਇਦਾਂ ਵੀ ਦੱਸਦਾ ਆ ਹਕੂਮਤਾਂ ਦੀ ਅਧੀਨਗੀ ਕਰੋ, ਤਾਂ ਸਾਨੂੰ ਬੜੇ ਲੀਗਲ ਵੇ ਦੇ ਨਾਲ ਉਹ ਸਾਰੀਆਂ ਕਲਾਸਿਸ ਐਂਡ ਐਵਰੀਥਿੰਗ ਉਹ ਪ੍ਰੋਸੈਸ ਦੇ ਵਿੱਚੋਂ ਦੀ ਅਸੀਂ ਵੀ ਨਿਕਲੇ ਆ। ਔਰ ਅਗਰ ਤੁਸੀਂ ਵੀ, ਪਰਮੇਸ਼ਵਰ ਨੇ ਤੁਹਾਨੂੰ ਵੀ ਇਹ ਕਾਲਿੰਗ ਦਿੱਤੀ ਆ ਇੱਕ ਲੈਵਲ ਤੱਕ ਜਾਣ ਦੀ, ਔਰ ਜਿੱਥੋਂ ਤੱਕ ਪਰਮੇਸ਼ਵਰ ਤੁਹਾਨੂੰ ਲੈ ਕੇ ਜਾਣਾ ਚਾਹੁੰਦੇ, ਤਾਂ ਉਹ ਜ਼ਰੂਰ ਤੁਹਾਡੇ ਲਈ ਵੀ ਸੋਰਸਿਸ ਬਣਾਉਣਗੇ, ਤੁਹਾਨੂੰ ਵੀ ਪਵਿੱਤਰ ਆਤਮਾ ਲੀਡ ਕਰੇਗਾ, ਜਿੱਦਾਂ ਦੀ ਤੁਹਾਡੀ ਸੇਵਕਾਈ ਉਸੇ ਅਕੋਰਡਿੰਗ ਪਵਿੱਤਰ ਆਤਮਾ ਜੀ ਤੁਹਾਨੂੰ ਲੀਡ ਕਰਨਗੇ। ਪਰ ਕਹਿਣ ਦਾ ਮਤਲਬ ਕਿ ਜਿਹੜੀ ਸਹੀ ਸਿੱਖਿਆ ਆ ਉਹ ਤੁਹਾਨੂੰ ਜਿਹੜੀਆਂ ਆ ਮਨੁੱਖਾਂ ਦੀਆਂ ਲਿਖੀਆਂ ਕਿਤਾਬਾਂ ਦੇ ਵਿੱਚੋਂ ਨਹੀਂ, ਕਿ ਹਾਂਜੀ ਉੱਥੇ ਲਿਖਿਆ ਜੀ ਇਸ ਆਇਤ ਦਾ ਜਿਹੜਾ ਆ ਮਤਲਬ ਆ, ਤਾਂ ਉਹਦੇ ਵਿੱਚੋਂ ਨਹੀਂ ਮਿਲਣੀ, ਉਹ ਤੁਹਾਨੂੰ ਪਵਿੱਤਰ ਬਾਈਬਲ ਚੋਂ ਹੀ ਮਿਲਣੀ ਆ। ਹਾਂਜੀ ਜਿਹੜੀਆਂ ਮਨੁੱਖਾਂ ਦੀਆਂ ਲਿਖੀਆਂ ਕਿਤਾਬਾਂ ਆ ਉਹਨਾਂ ਤੋਂ ਆਪਾਂ ਤਜਰਬੇ ਲੈ ਸਕਦੇ ਆ। ਅਗਰ ਕਿਸੇ ਮਨੁੱਖ ਨੇ ਆਪਣੀ ਟੈਸਟੀਮਨੀ ਜਿਹੜੀ ਆ, ਆਪਣੀ ਗਵਾਹੀ ਦੀ ਕਿਤਾਬ ਜਿਹੜੀ ਛਾਪੀ ਆ, ਉਹਦੇ ਤੋਂ ਅਸੀਂ ਤਜਰਬਾ ਲੈ ਸਕਦੇ ਕਿ ਕਿੱਦਾਂ ਪਰਮੇਸ਼ਵਰ ਨੇ ਉਹਦੀ ਲਾਈਫ ਦੇ ਵਿੱਚ ਕੰਮ ਕੀਤਾ। ਜਿੱਦਾਂ ਸੰਤ ਹਰਭਜਨ ਸਿੰਘ ਜੀ ਦੀ ਜਿਹੜੀ ਆ ਸੱਚੀ ਕਹਾਣੀ ਆ, ਤੇ ਉਹਨਾਂ ਨੇ ਆਪਣੀ ਗਵਾਹੀ ਜਿਹੜੀ ਆ ਉਹਦੇ ਵਿੱਚ ਜਿਹੜੀ ਆ ਉਹ ਲਿਖੀ ਆ, ਦਰਜ ਕੀਤੀ ਆ ਕਿ ਉਹਨਾਂ ਦੀ ਲਾਈਫ ਦਾ ਜਿਹੜਾ ਐਕਸਪੀਰੀਅੰਸ ਆ ਉਹ ਪਰਮੇਸ਼ਵਰ ਵਿੱਚ ਕਿੱਦਾਂ ਆਏ। ਸਾਧੂ ਕਿਸ਼ਨ ਸਿੰਘ ਜੀ ਦੀ ਬੁੱਕ ਆ ਕਿ 10 ਵਾਰੀ ਮੌਤ ਨੂੰ ਜਿਹੜਾ ਮੁੜਨਾ ਪਿਆ, ਖਾਲੀ ਮੁੜਨਾ ਪਿਆ, ਤਾਂ ਉਹਦੇ ਵਿੱਚ ਅਸੀਂ ਦੇਖ ਸਕਦੇ ਕਿ ਉਹਨਾਂ ਨੇ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦੇ ਨਾਲ ਕਿੱਦਾਂ ਫੇਸ ਕੀਤਾ ਔਰ ਕਿੱਦਾਂ ਪਰਮੇਸ਼ਵਰ ਦੇ ਰੂਹ ਦੇ ਵਸੀਲੇ ਨਾਲ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਫਾਈਟ ਕੀਤਾ। ਤਾਂ ਉਹ ਚੀਜ਼ਾਂ ਸਾਨੂੰ ਸਟਰੈਂਥ ਦਿੰਦੀਆਂ ਆ, ਸਾਨੂੰ ਵਧਾਉਂਦੀਆਂ ਆ ਆਤਮਾ ਦੇ ਵਿੱਚ। ਪਰ ਆਤਮਿਕ ਗਿਆਨ ਜਿਹੜਾ ਆ ਉਹ ਸਿਰਫ ਪਵਿੱਤਰ ਆਤਮਾ ਜੀ ਦੇ ਵਸੀਲੇ ਹੀ ਮਿਲਦਾ ਆ। ਇਸ ਲਈ ਹਮੇਸ਼ਾ ਪਵਿੱਤਰ ਆਤਮਾ ਤੋਂ ਗਿਆਨ ਮੰਗੋ, ਪਰਮੇਸ਼ਵਰ ਤੋਂ ਗਿਆਨ ਮੰਗੋ, ਕਿਉਂਕਿ ਵਚਨ 'ਚ ਇਦਾਂ ਲਿਖਿਆ, ਮੈਂ ਤੁਹਾਡੇ ਲਈ ਇੱਕ ਸਹਾਇਕ ਭੇਜਾਂਗਾ ਜਿਹੜਾ ਹਰ ਕੰਮ ਦੇ ਵਿਖੇ ਤੁਹਾਡੀ ਅਗਵਾਈ ਕਰੇਗਾ, ਹਰ ਕੰਮ ਦੇ ਵਿਖੇ। ਈਵਨ ਦੈਨ ਕਿ ਮੈਂ ਤੁਹਾਨੂੰ ਇਦਾਂ ਕਹਿੰਦੀ ਕਿ ਜੇ ਹਸਬੈਂਡ ਵਾਈਫ ਦੀ ਆਪਸ ਵਿੱਚ ਨਹੀਂ ਬਣ ਰਹੀ, ਮਿਸਅੰਡਰਸਟੈਂਡਿੰਗ ਹੋ ਰਹੀ, ਤਾਂ ਵੀ ਤੁਸੀਂ ਪਵਿੱਤਰ ਆਤਮਾ ਜੀ ਨੂੰ ਕਹੋ, ਪਵਿੱਤਰ ਆਤਮਾ ਜੀ ਅਗਰ ਤੁਸੀਂ ਪਤਨੀ ਆ ਤਾਂ ਤੁਸੀਂ ਕਹੋ ਕਿ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ ਕਿ ਮੈਨੂੰ ਆਪਣੇ ਹਸਬੈਂਡ ਦੇ ਨਾਲ ਕਿੱਦਾਂ ਟਰੀਟ ਕਰਨਾ ਚਾਹੀਦਾ ਹੈ, ਮੈਨੂੰ ਆਪਣੇ ਹਸਬੈਂਡ ਦੇ ਲਈ
ਕੀ ਇਹੋ ਜਿਹਾ ਕਰਨਾ ਚਾਹੀਦਾ ਕਿ ਸਾਡੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਸਟਰੋਂਗ ਹੋ ਜਾਏ, ਕਿੱਦਾਂ ਮੈਂ ਉਹਨੂੰ ਅੰਡਰਸਟੈਂਡ ਕਰ ਸਕਦੀ ਹਾਂ, ਕਿੱਦਾਂ ਮੈਂ ਉਹਨਾਂ ਨੂੰ ਸਰਵ ਕਰ ਸਕਦੀ ਹਾਂ। ਇਸੇ ਤਰੀਕੇ ਦੇ ਨਾਲ ਅਗਰ ਤੁਸੀਂ ਹਸਬੈਂਡ ਹੋ ਬਟ ਤੁਹਾਨੂੰ ਲੱਗਦਾ ਆ ਕਿ ਕੁਝ ਜਿਹੜੀ ਆ ਉਹ ਮਿਸਅੰਡਰਸਟੈਂਡਿੰਗ ਹੋ ਰਹੀ ਆ ਜਿਹੜੀ ਇਸ ਰਿਸ਼ਤੇ ਨੂੰ ਖਰਾਬ ਕਰ ਰਹੀ ਆ, ਤਾਂ ਉਹ ਮਰਦ ਵੀ ਜਿਹੜਾ ਹੈ ਉਹ ਪਵਿੱਤਰ ਆਤਮਾ ਨੂੰ ਕਹਿ ਸਕਦਾ ਕਿ ਪਵਿੱਤਰ ਆਤਮਾ ਜੀ ਮੇਰੀ ਅਗਵਾਈ ਕਰੋ, ਮੈਨੂੰ ਦੱਸੋ ਕਿ ਮੈਂ ਕਿੱਦਾਂ ਆਪਣੀ ਵਾਈਫ ਦੇ ਨਾਲ ਜਾਂ ਇਹ ਜਿਹੜੀ ਪ੍ਰੋਬਲਮ ਹੈ ਇਹਦੇ ਨਾਲ ਕਿੱਦਾਂ ਟੈਕਲ ਕਰਨਾ ਆ, ਕਿੱਦਾਂ ਇਹਨੂੰ ਅਸੀਂ ਸਮਝਣਾ ਹੈ, ਕਿੱਦਾਂ ਇਹ ਜਿਹੜੀ ਮਿਸਅੰਡਰਸਟੈਂਡਿੰਗ ਆ ਮਿਊਚੁਅਲ ਅੰਡਰਸਟੈਂਡਿੰਗ ਦੇ ਵਿੱਚ ਕਿੱਦਾਂ ਬਦਲ ਸਕਦੀ ਹੈ, ਗਲਤ ਫਹਿਮੀਆਂ ਜਿਹੜੀਆਂ ਆ ਉਹ ਸਾਡੀ ਸਮਝਦਾਰੀ ਦੇ ਵਿੱਚ ਕਿੱਦਾਂ ਬਦਲ ਸਕਦੀਆਂ, ਸਾਡੀ ਆਪਸੀ ਸਮਝਦਾਰੀ ਦੇ ਵਿੱਚ ਕਿੱਦਾਂ ਬਦਲ ਸਕਦੀਆਂ। ਤਾਂ ਪਵਿੱਤਰ ਆਤਮਾ ਜੀ ਤੁਹਾਨੂੰ ਉਸ ਚੀਜ਼ ਦੇ ਵਿਖੇ ਵੀ ਜਿਹੜੀ ਆ ਉਹ ਤੁਹਾਡੀ ਅਗਵਾਈ ਕਰਨਗੇ। ਅਗਰ ਤੁਹਾਨੂੰ ਬੱਚੇ ਹੈਂਡਲ ਨਹੀਂ ਕਰਨੇ ਆ ਰਹੇ ਕਿ ਮੈਂ ਆਪਣੇ ਬੱਚਿਆਂ ਨੂੰ ਕਿੱਦਾਂ ਸਮਝਾਵਾਂ ਔਰ ਕੁਛ ਵੀ ਚੀਜ਼ਾਂ, ਤਾਂ ਵੀ ਪਵਿੱਤਰ ਆਤਮਾ ਜੀ ਨੂੰ ਕਹੋ ਕਿ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ, ਕਿਉਂਕਿ ਤੁਹਾਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਮੇਰੀ ਹੈਲਪ ਦੇ ਲਈ ਭੇਜਿਆ ਔਰ ਉਹਨਾਂ ਨੇ ਕਿਹਾ ਸੀ ਕਿ ਹਰ ਕੰਮ 'ਚੋਂ ਮਦਦ ਕਰੇਗਾ। ਤਾਂ ਪਵਿੱਤਰ ਆਤਮਾ ਜੀ ਮੇਰੀ ਇਸ ਕੰਮ ਦੇ ਵਿੱਚ ਵੀ ਮਦਦ ਕਰੋ ਕਿ ਮੈਂ ਆਪਣੇ ਬੱਚਿਆਂ ਨੂੰ ਕਿੱਦਾਂ ਟਰੀਟ ਕਰਾਂ, ਕਿੱਦਾਂ ਟੀਚ ਕਰਾਂ ਔਰ ਕਿੱਦਾਂ ਮੈਂ ਉਹਨਾਂ ਦੇ ਨਾਲ ਪੇਰੈਂਟਿੰਗ ਜਿਹੜੀ ਆ ਉਹ ਮੈਨੂੰ ਕਿੱਦਾਂ ਕਰਨੀ ਚਾਹੀਦੀ ਆ। ਇੱਕ ਜਿਹੜਾ ਮਾਪਿਆਂ ਵਾਲਾ ਜਿਹੜਾ ਆ ਚੀਜ਼, ਜਿਹੜੀ ਇੱਕ ਅੱਛੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਵਰਤਣਾ ਚਾਹੀਦਾ ਤਾਂ ਕਿੱਦਾਂ ਹੋਣਾ ਚਾਹੀਦਾ, ਤਾਂ ਪਵਿੱਤਰ ਆਤਮਾ ਜੀ ਤੁਹਾਡੀ ਉਸ ਕੰਮ ਦੇ ਵਿੱਚ ਵੀ ਅਗਵਾਈ ਕਰਨਗੇ। ਫਿਰ ਤੁਸੀਂ ਪਵਿੱਤਰ ਆਤਮਾ ਜੀ ਨੂੰ ਸਭ ਤੋਂ ਜ਼ਰੂਰੀ ਗੱਲ ਜਿਹੜੀ ਆ ਕਿ ਪਵਿੱਤਰ ਆਤਮਾ ਜੀ ਮੈਂ ਪ੍ਰਾਰਥਨਾ ਦੇ ਵਿੱਚ ਵਧਣਾ ਚਾਹੁੰਦਾ ਆ, ਪਵਿੱਤਰ ਆਤਮਾ ਜੀ ਮੈਂ ਪਰਮੇਸ਼ਵਰ ਦੇ ਨੇੜੇ ਜਾਣਾ ਚਾਹੁੰਦਾ ਆ, ਪਵਿੱਤਰ ਆਤਮਾ ਜੀ ਮੈਂ ਇਹਨਾਂ ਕੰਮਾਂ ਨੂੰ ਛੱਡਣਾ ਚਾਹੁੰਦਾ ਆ, ਮੇਰੀ ਮਦਦ ਕਰੋ ਪਵਿੱਤਰ ਆਤਮਾ ਜੀ। ਤਾਂ ਜਿਹੜੇ ਕੰਮ ਤੁਸੀਂ ਛੱਡਣੇ ਚਾਹੁੰਦੇ ਪਵਿੱਤਰ ਆਤਮਾ ਜੀ ਤੁਹਾਡੀ ਉਹ ਕੰਮ ਛੱਡਣ ਵਿੱਚ ਵੀ ਮਦਦ ਕਰਨਗੇ। ਜਿਹੜੇ ਕੰਮ ਤੁਸੀਂ ਸੱਚਮੁੱਚ ਉਹ ਬਾਈਬਲ ਦੇ ਨਾਲ ਐਗਰੀ ਕਰਨੇ ਚਾਹੀਦੇ ਆ, ਉਹਨਾਂ ਦੇ ਨਾਲ ਉਹ ਮਿਲਣੇ ਚਾਹੀਦੇ ਆ, ਫੇਵਰ ਹੋਣਾ ਚਾਹੀਦਾ ਬਾਈਬਲ ਦਾ ਉਹਨਾਂ ਕੰਮਾਂ ਦੇ ਨਾਲ। ਜਦੋਂ ਤੁਸੀਂ ਕਹੋਗੇ ਪਵਿੱਤਰ ਆਤਮਾ ਜੀ ਇਹ ਕੰਮ ਮੈਂ ਕਰਨਾ ਚਾਹੁੰਦਾ ਆ, ਮੇਰੀ ਮਦਦ ਕਰੋ, ਤਾਂ ਪਵਿੱਤਰ ਆਤਮਾ ਜੀ ਉਹਨਾਂ ਕੰਮਾਂ ਦੇ ਵਿੱਚ ਵੀ ਤੁਹਾਡੀ ਜਿਹੜੀ ਆ ਮਦਦ ਕਰਨਗੇ। ਸੋ ਪਵਿੱਤਰ ਆਤਮਾ ਹਰ ਵੇਲੇ ਤੁਹਾਡੀ ਮਦਦ ਦੇ ਲਈ ਹਾਜ਼ਰ ਆ। ਰਾਤ ਨੂੰ ਤੁਸੀਂ ਉੱਠੋ ਪਵਿੱਤਰ ਆਤਮਾ ਦੀ ਅਗਵਾਈ ਮੰਗੋ, ਉਹ ਰਾਤ ਨੂੰ ਤੁਹਾਡੇ ਨਾਲ ਆ। ਸਵੇਰ ਨੂੰ ਉੱਠੋ, ਸਵੇਰ ਨੂੰ ਅਗਵਾਈ ਮੰਗੋ, ਉਹ ਸਵੇਰ ਨੂੰ ਤੁਹਾਡੇ ਨਾਲ ਆ। ਕਦੀ ਕਦੀ ਤੁਸੀਂ ਐਕਸਪੀਰੀਅੰਸ ਕਰਕੇ ਦੇਖੋ, ਤੁਸੀਂ ਅਲਾਰਮ ਨਾ ਲਾਇਓ, ਠੀਕ ਹੈ, ਔਰ ਤੁਸੀਂ ਇੱਕ ਐਕਸਪੀਰੀਅੰਸ ਕਰੋ ਕਿ ਪਵਿੱਤਰ ਆਤਮਾ ਜੀ ਅੱਜ ਮੈਂ ਮਿਡਨਾਈਟ ਦੀ ਪ੍ਰਾਰਥਨਾ ਕਰਨੀ ਆ, ਪਵਿੱਤਰ ਆਤਮਾ ਮੈਨੂੰ ਜ਼ਰੂਰ ਤੁਸੀਂ ਅੱਜ ਮਿਡਨਾਈਟ ਦੇ ਵਿੱਚ ਉਠਾਇਓ ਕਿਉਂਕਿ ਮੈਂ ਪਰਮੇਸ਼ਵਰ ਦੇ ਨਾਲ ਟਾਈਮਿੰਗ ਸਪੈਂਡ ਕਰਨੀ। ਪਰ ਤੁਸੀਂ ਕੋਈ ਅਲਾਰਮ ਨਹੀਂ ਲਾਉਣਾ, ਤੁਹਾਨੂੰ ਪਵਿੱਤਰ ਆਤਮਾ ਉਸ ਟਾਈਮ ਤੇ ਰਾਈਟ ਉਸ ਟਾਈਮ ਤੇ ਉਠਾਏਗਾ ਕਿ ਉੱਠ ਪ੍ਰਾਰਥਨਾ ਕਰ। ਤੁਸੀਂ ਕਰੋ ਜਾਂ ਨਾ ਕਰੋ ਉਹ ਤੁਹਾਡੇ ਉੱਤੇ ਡਿਪੈਂਡ ਹੈ ਕਿ ਤੁਸੀਂ ਕਿੰਨੇ ਕੁ ਐਕਟਿਵ ਹੁੰਦੇ ਆ ਉਸ ਚੀਜ਼ ਨੂੰ ਲੈ ਕੇ, ਜਾਂ ਤੁਸੀਂ ਕਿੰਨੇ ਕੁ ਜਿਹੜੇ ਆ ਉਸ ਚੀਜ਼ ਨੂੰ ਲੈ ਕੇ ਕੌਨਸ਼ੀਅਸ ਆ, ਜਾਂ ਤੁਹਾਡੀ ਕਿੰਨਾ ਕੁ ਇੰਟਰਸਟ ਆ ਉਸ ਚੀਜ਼ ਦੇ ਵਿੱਚ। ਪਰ ਪਵਿੱਤਰ ਆਤਮਾ ਤੁਹਾਨੂੰ ਜ਼ਰੂਰ ਉਠਾਉਣਗੇ। ਅਗਰ ਤੁਸੀਂ ਕਹੋਗੇ ਪਵਿੱਤਰ ਆਤਮਾ ਜੀ ਮੈਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦਾ ਆ, ਬੇਸ਼ੱਕ ਤੁਸੀਂ ਅਲਾਰਮ ਨਾ ਲਾਓ, ਉਹ ਅੰਮ੍ਰਿਤ ਵੇਲੇ ਵੀ ਤੁਹਾਨੂੰ ਉਠਾਉਣਗੇ। ਅਗਰ ਤੁਸੀਂ ਕਹੋਗੇ ਨਾ ਪਵਿੱਤਰ ਆਤਮਾ ਜੀ ਮੈਂ ਦੁਪਹਿਰ ਦੇ ਸਮੇਂ ਵਿੱਚ ਪ੍ਰਾਰਥਨਾ ਕਰਨਾ ਚਾਹੁੰਦਾ ਤਾਂ ਮੈਨੂੰ ਅਗਵਾਈ ਕਰਿਓ, ਤਾਂ ਉਹ ਦੁਪਹਿਰ ਦੇ ਸਮੇਂ ਵਿੱਚ ਵੀ ਤੁਹਾਨੂੰ ਚੇਤਾ ਕਰਾਏਗਾ ਕਿ ਤੂੰ ਕਿਹਾ ਸੀ ਮੈਂ ਪ੍ਰਾਰਥਨਾ ਕਰਨੀ ਆ ਤੇ ਮੈਂ ਤੈਨੂੰ ਚੇਤਾ ਕਰਾਉਣਾ ਕਿ ਆ ਜਾ ਬਹਿ ਜਾ ਪ੍ਰਾਰਥਨਾ ਕਰ। ਉਹ ਬਾਅਦ ਚੋਂ ਦੀ ਗੱਲ ਹੈ ਕਿ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਮੂਵੀ ਦੇਖਣ ਬੈਠਦੇ ਆ ਕਿ ਪ੍ਰਾਰਥਨਾ ਕਰਨ ਬੈਠਦੇ ਆ, ਜਾਂ ਤੁਸੀਂ ਟੀਵੀ ਸੀਰੀਅਲ ਦੇਖ ਰਹੇ ਆ, ਜਾਂ ਤੁਸੀਂ ਕੀ ਫਨ ਕਰ ਰਹੇ ਆ, ਸਭ ਕੁਝ ਤੁਹਾਡੇ ਤੇ ਡਿਪੈਂਡ ਆ। ਬਟ ਜਿਹੜੀ ਚੀਜ਼ ਤੁਸੀਂ ਪਵਿੱਤਰ ਆਤਮਾ ਜੀ ਨੂੰ ਕਹਿੰਦੇ ਹੋ ਨਾ, ਪੋਜ਼ਿਟਿਵ ਚੀਜ਼, ਸਪੈਸ਼ਲੀ ਪੋਜ਼ਿਟਿਵ ਚੀਜ਼, ਇਹ ਜੇ ਕੋਈ ਕਵੇ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ ਅੱਜ ਰਾਤ ਨੂੰ ਮੈਂ ਗੁਆਂਢੀ ਦੇ ਘਰ ਚੋਰੀ ਕਰਨੀ ਆ ਤੇ ਉਹਨੂੰ ਪਤਾ ਵੀ ਨਾ ਲੱਗੇ, ਤੇ ਭੁੱਲ ਜਾਓ ਵੀ ਪਵਿੱਤਰ ਆਤਮਾ ਤੁਹਾਡੀ ਇਸ ਕੰਮ 'ਚ ਮਦਦ ਕਰੇਗਾ, ਕਿਉਂਕਿ ਉਹ ਪਰਮੇਸ਼ਵਰ ਦਾ ਆਤਮਾ ਆ। ਉਹਨੇ ਉਹਨਾਂ ਕੰਮਾਂ ਦੇ ਵਿੱਚ ਮਦਦ ਕਰਨੀ ਆ ਜਿਹੜੇ ਕੰਮ ਪਰਮੇਸ਼ਵਰ ਜੀ ਨੂੰ ਪਸੰਦ ਆ, ਔਰ ਉਹ ਤੁਹਾਡੀ ਹਰੇਕ ਉਸ ਕੰਮ ਦੇ ਵਿੱਚ ਮਦਦ ਕਰੇਗਾ ਜਿਹੜਾ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਕੰਮ ਸਹੀ ਆ। ਤਾਂ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਹਾਰਡ ਲੱਗਦੀਆਂ ਆ ਕਰਨ ਨੂੰ ਕਿ ਪਵਿੱਤਰ ਆਤਮਾ ਜੀ ਮੈਨੂੰ ਗੁੱਸਾ ਬਹੁਤ ਆਉਂਦਾ ਹੈ, ਮੈਨੂੰ ਕਾਮ ਬਣਾ ਦਿਓ, ਮੈਨੂੰ ਠੰਡੇ ਸੁਭਾਅ ਦਾ ਬਣਾ ਦਿਓ, ਤਾਂ ਜਦੋਂ ਪ੍ਰਭੂ ਮੈਨੂੰ ਪਵਿੱਤਰ ਆਤਮਾ ਜੀ ਮੈਨੂੰ ਗੁੱਸਾ ਆਏ ਤਾਂ ਮੇਰੇ ਕੰਨਾਂ ਦੇ ਵਿੱਚ ਦੱਸਿਓ ਕਿ ਮੈਨੂੰ ਇਹ ਨਹੀਂ ਕਰਨਾ, ਤਾਂ ਪਰਮੇਸ਼ਵਰ ਦਾ ਸਾਮਰਥ ਮੇਰੇ ਲਈ ਆਏ। ਪਵਿੱਤਰ ਆਤਮਾ ਜੀ ਮੇਰੇ ਲਈ ਤੁਸੀਂ ਜਿਹੜਾ ਆ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ, ਤਾਂ ਬਚਨ 'ਚ ਲਿਖਿਆ ਪਵਿੱਤਰ ਆਤਮਾ ਤੁਹਾਡੇ ਲਈ ਹੌਕੇ ਭਰ ਕੇ ਜਿਹੜਾ ਆ ਉਹ ਪ੍ਰਾਰਥਨਾ ਕਰਦਾ ਆ। ਤਾਂ ਮਤਲਬ ਜਿਹੜੀਆਂ ਚੀਜ਼ਾਂ ਅਸੀਂ ਪਵਿੱਤਰ ਆਤਮਾ ਨੂੰ ਕਹਾਂਗੇ ਉਹ ਸਾਡੇ ਲਈ ਹੋਣਗੀਆਂ, ਕਿਉਂਕਿ ਪਵਿੱਤਰ ਆਤਮਾ ਮੀਨਸ ਪਰਮੇਸ਼ਵਰ ਦਾ ਆਤਮਾ, ਕਿਉਂਕਿ ਪਰਮੇਸ਼ਵਰ ਜੀ ਪਵਿੱਤਰ ਆ, ਔਰ ਪਰਮੇਸ਼ਵਰ ਦਾ ਆਤਮਾ ਮਤਲਬ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਆ, ਇਸੇ ਲਈ ਉਹਨੂੰ ਸਾਡੇ ਸਹਾਇਕ ਦੇ ਵਜੋਂ ਦਿੱਤਾ ਗਿਆ ਆ। ਔਰ ਅਗਰ ਅਸੀਂ ਉਸੇ ਪਵਿੱਤਰ ਆਤਮਾ ਦੀ ਹਜ਼ੂਰੀ ਨੂੰ, ਭਰਪੂਰੀ ਨੂੰ, ਉਹਦੀ ਸਟਰੈਂਥ ਨੂੰ ਮੰਗਾਂਗੇ ਤਾਂ ਫਿਰ ਤੁਸੀਂ ਸੋਚੋ ਕਿੰਨਾ ਵੱਧ ਕੇ ਸਾਡੇ ਨਾਲ ਜਿਹੜਾ ਉਹ ਗੱਲਬਾਤ ਕਰੇਗਾ, ਕਿੰਨਾ ਵੱਧ ਕੇ ਸਾਡੇ ਲਈ ਕਿੰਨੀ ਉਤਸੁਕਤਾ
ਨਿਮਰਤਾ ਦੇ ਨਾਲ ਸਾਡੀ ਮਦਦ ਦੇ ਲਈ ਹਰ ਵੇਲੇ ਉਹ ਤਿਆਰ ਹੋਏਗਾ। ਇਸ ਲਈ ਜਿੱਦਾਂ ਵਚਨ 'ਚ ਲਿਖਿਆ, ਢਿੱਲੇ ਹੱਥਾਂ ਨੂੰ ਤਕੜੇ ਕਰੋ ਅਤੇ ਹਿੱਲਦੇ ਗੋਡਿਆਂ ਨੂੰ ਮਜ਼ਬੂਤ ਕਰੋ। ਧੜਕਦੇ ਦਿਲ ਵਾਲਿਆਂ ਨੂੰ ਆਖੋ ਵੀ ਤਕੜੇ ਹੋਵੋ। ਜਿਨ੍ਹਾਂ ਦੇ ਦਿਲ ਇਦਾਂ ਕਰਦੇ ਨਾ ਕਿ ਹੁਣ ਕੀ ਹੋ ਜਾਣਾ, ਹੁਣ ਕੀ ਹੋਊਗਾ, ਕੱਲ ਨੂੰ ਕੀ ਹੋਊਗਾ, ਮੈਂ ਬਚੂੰ ਕਿ ਨਹੀਂ ਬਚੂੰ, ਮੈਨੂੰ ਤਾਂ ਨਹੀਂ ਕੁਛ ਹੋ ਜੂ, ਤਾਂ ਉਹਨਾਂ ਨੂੰ ਕਹੋ ਤਕੜੇ ਹੋ ਜਾਓ, ਤੁਹਾਨੂੰ ਕੁਛ ਨਹੀਂ ਹੋਣਾ। ਪਰਮੇਸ਼ਵਰ ਦੀ ਕਿਰਪਾ ਤੁਹਾਡੇ ਨਾਲ ਆ, ਉਹ ਤੁਹਾਨੂੰ ਸੰਭਾਲਣਾ ਚਾਹੁੰਦਾ ਹੈ ਔਰ ਸੰਭਾਲੇਗਾ ਜੇ ਤੁਸੀਂ ਆਪਣਾ ਆਪ ਪਰਮੇਸ਼ਵਰ ਨੂੰ ਦੇ ਦਿਓਗੇ। ਔਰ ਕਹਿੰਦਾ ਨਾ ਡਰੋ, ਆਪਣੇ ਪਰਮੇਸ਼ਵਰ ਨੂੰ ਵੇਖੋ। ਅਸੀਂ ਕਿਹਨੂੰ ਦੇਖਣਾ ਆ? ਆਪਣੇ ਪਰਮੇਸ਼ਵਰ ਨੂੰ ਦੇਖਣਾ ਹੈ, ਆਪਣੇ ਪਰਮੇਸ਼ਵਰ ਨੂੰ ਦੇਖਣਾ ਹੈ। ਅਸੀਂ ਮਨੁੱਖਾਂ ਤੇ ਅੱਖਾਂ ਲਾਈਆਂ। ਸਭ ਤੋਂ ਵੱਡੀ ਪ੍ਰੋਬਲਮ ਹੀ ਮਨੁੱਖ ਦੀ ਇਹ ਆ ਕਿ ਪਰਮੇਸ਼ਵਰ ਵੱਲ ਨੂੰ ਨਹੀਂ ਦੇਖਦਾ, ਜਿਹੜਾ ਆ ਉਹ ਮਨੁੱਖ ਵੱਲ ਨੂੰ ਦੇਖਦਾ ਹੈ। ਤਾਂ ਭਲਾ ਮਨੁੱਖ ਦੀ ਮਦਦ ਕਿੱਦਾਂ ਕਰ ਸਕਦਾ? ਮੇਰੀ ਇੱਛਾ ਆ ਕਿ ਕੋਈ ਮੇਰੀ ਇੱਜ਼ਤ ਕਰੇ ਔਰ ਦੂਸਰੇ ਦੀ ਇੱਛਾ ਆ ਕਿ ਮੈਂ ਉਹਦੀ ਇੱਜ਼ਤ ਕਰਾਂ, ਔਰ ਦੋਨੇ ਹੀ ਲੈਣ ਵਾਲੇ ਆ ਤੇ ਦੇਵੇਗਾ ਕੌਣ? ਇਸ ਲਈ ਤੁਸੀਂ ਕਿਸੇ ਨੂੰ ਪੁੱਛੋ ਜੀ ਤੁਸੀਂ ਆਪਣੀ ਲਾਈਫ ਵਿੱਚ ਕੀ ਚਾਹੁੰਦੇ ਹੋ? ਮੈਂ ਚਾਹੁੰਦਾ ਜੀ ਸਾਰੇ ਮੇਰੇ ਨਾਲ ਪਿਆਰ ਕਰਨ। ਫਿਰ ਤੁਹਾਨੂੰ ਕੋਈ ਪੁੱਛਦਾ ਆ ਤੁਸੀਂ ਆਪਣੀ ਲਾਈਫ 'ਚ ਕੀ ਚਾਹੁੰਦੇ? ਮੈਂ ਚਾਹੁੰਦਾ ਜੀ ਸਾਰੇ ਮੈਨੂੰ ਪਿਆਰ ਕਰਨ। ਇੱਕ ਨੂੰ ਫਿਰ ਪੁੱਛਦੇ ਆ ਤੁਸੀਂ ਕੀ ਚਾਹੁੰਦੇ? ਮੈਂ ਚਾਹੁੰਦਾ ਜੀ ਸਾਰਿਆਂ 'ਚ ਮੇਰੀ ਇੱਜ਼ਤ ਹੋਵੇ। ਫਿਰ ਕਿਸੇ ਹੋਰ ਨੂੰ ਪੁੱਛਦੇ ਆ, ਉਹ ਕਹਿੰਦਾ ਹਾਂਜੀ ਮੈਂ ਵੀ ਚਾਹੁੰਦਾ ਸਾਰੇ ਮੇਰੀ ਇੱਜ਼ਤ ਕਰਨ। ਤਾਂ ਮਤਲਬ ਤੁਸੀਂ ਵੀ ਇੱਜ਼ਤ ਜਿਹੜੀ ਆ ਚਾਹੁੰਦੇ ਆ, ਉਹ ਵੀ ਇੱਜ਼ਤ ਚਾਹ ਰਿਹਾ, ਤੁਸੀਂ ਵੀ ਪਿਆਰ ਚਾਹੁੰਦੇ, ਉਹ ਵੀ ਪਿਆਰ ਚਾਹ ਰਿਹਾ, ਤੇ ਕਰੇਗਾ ਕੌਣ? ਇਸ ਲਈ ਚਾਹਤ ਨੂੰ ਥੋੜਾ ਘਟਾਓ ਔਰ ਕਰਨ ਦੇ ਵਿੱਚ ਜਿਹੜਾ ਆ ਬਲੀਵ ਕਰੋ, ਕਰਨ ਦੇ ਵਿੱਚ ਵਿਸ਼ਵਾਸ ਰੱਖੋ। ਅਗਰ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਆ, ਮੈਂ ਚਾਹੁੰਦਾ ਵੀ ਮੈਂ ਤਾਂ ਸਾਰਿਆਂ ਦੇ ਨਾਲ ਪਿਆਰ ਨਾਲ ਰਹਾਂ। ਦਿਸ ਇਜ਼ ਵੰਡਰਫੁਲ ਥਿੰਗ, ਕਿਉਂਕਿ ਦੇਖੋ ਵਚਨ ਦੇ ਵਿੱਚ ਲਿਖਿਆ ਆ ਮੰਗਣ ਵਾਲੇ ਦੇ ਨਾਲੋਂ ਦੇਣ ਵਾਲਾ ਵੱਡਾ ਆ। ਇੱਕ ਬੰਦਾ ਕਹਿ ਰਿਹਾ ਮੈਂ ਕਹਿੰਦਾ ਕਿ ਮੈਨੂੰ ਕੋਈ ਪਿਆਰ ਦੇਵੇ, ਮੈਨੂੰ ਕੋਈ ਇੱਜ਼ਤ ਦੇਵੇ, ਮੈਨੂੰ ਕੋਈ ਮਹਿਮਾ ਦੇਵੇ, ਕੋਈ ਮੇਰੀ ਵਡਿਆਈ ਕਰੇ। ਇੱਕ ਬੰਦਾ ਕਹਿੰਦਾ ਮੈਂ ਮਹਿਮਾ ਦਿੰਦਾ ਆ, ਮੈਂ ਇੱਜ਼ਤ ਕਰਦਾ ਆ, ਮੈਂ ਪਿਆਰ ਵੰਡਦਾ ਆ। ਤਾਂ ਵੱਡਾ ਕੌਣ ਹੋਏਗਾ? ਜਿਹੜਾ ਕਰੇਗਾ। ਇਸ ਲਈ ਉਪੇਖਸ਼ਾ ਨੂੰ ਘਟਾਓ ਔਰ ਆਪਣੀ ਜਿਹੜੀ ਹੈ ਐਕਟੀਵਿਟੀ ਆ ਉਹਨਾਂ ਚੀਜ਼ਾਂ ਦੇ ਲਈ ਉਹਨੂੰ ਤੁਸੀਂ ਵਧਾਓ ਆਪਣੀ ਲਾਈਫ ਦੇ ਵਿੱਚ। ਫਿਰ ਅਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਉਹ ਬਹੁਤ ਸਕਸੈਸਫੁਲ ਹੋ ਸਕਦੇ ਹਾਂ ਔਰ ਪਰਮੇਸ਼ਵਰ ਦੀ ਕਿਰਪਾ ਦੇ ਵਿੱਚ ਅਸੀਂ ਬਹੁਤ ਵੱਧ ਸਕਦੇ ਹਾਂ, ਪਰਮੇਸ਼ਵਰ ਜੀ ਦੇ ਅਸੀਂ ਬਹੁਤ ਨੇੜੇ ਆ ਸਕਦੇ ਹਾਂ। ਇਸ ਲਈ ਮਨੁੱਖਾਂ ਤੇ ਅੱਖਾਂ ਲਾਉਣੀਆਂ ਬੰਦ ਕਰੋ, ਪਰਮੇਸ਼ਵਰ ਤੇ ਅੱਖਾਂ ਲਾਉਣੀਆਂ ਸ਼ੁਰੂ ਕਰੋ, ਕਿਉਂਕਿ ਬਚਾਉਣਾ ਤੁਹਾਨੂੰ ਪਰਮੇਸ਼ਵਰ ਨੇ ਆ, ਮਨੁੱਖ ਨੇ ਨਹੀਂ ਬਚਾਉਣਾ। ਆਪਾਂ ਤੇ ਰਲ ਮਿਲ ਕੇ ਪਰਮੇਸ਼ਵਰ ਦੀ ਮਹਿਮਾ ਕਰਨੀ ਆ। ਸੋ ਚਾਹੇ ਕੋਈ ਸਟੇਜ ਤੇ ਬੋਲਦਾ ਹੈ ਜਾਂ ਕੋਈ ਸਟੇਜ ਤੋਂ ਹੇਠਾਂ ਹੋ ਕੇ ਖੜਾ ਹੋ ਕੇ ਸੁਣਦਾ ਆ, ਤਾਂ ਜਦੋਂ ਵਾਰੀ ਆਉਣੀ ਨਾ ਨਿਆਂ ਦੀ, ਤਾਂ ਇੱਕੋ ਲਾਈਨ ਦੇ ਵਿੱਚ ਸਾਰਿਆਂ ਨੂੰ ਖੜੇ ਹੋਣਾ ਪੈਣਾ। ਇਦਾਂ ਨਹੀਂ ਕਿ ਪਾਸਟਰ ਇੱਕ ਲਾਈਨ ਦੇ ਵਿੱਚ ਹੋ ਜਾਓ, ਇਹਨਾਂ ਨੂੰ ਪਰਦੇ ਪਿੱਛੇ ਜਾ ਕੇ ਪੁੱਛੋ ਭਈ ਇਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ, ਤਾਂ ਸਾਰਾ ਕੁਝ ਸਭ ਦੇ ਸਾਹਮਣੇ ਐਕਸਪੋਜ਼ ਕਰ ਦਿੱਤਾ ਜਾਣਾ ਆ। ਇਸ ਲਈ ਭਰਮ ਭੁਲੇਖੇ ਛੱਡ ਦਿਓ ਕਿ ਤੁਹਾਡਾ ਨਿਆਂ ਵੱਖਰਾ ਹੋਣਾ, ਮੇਰਾ ਨਿਆਂ ਵੱਖਰਾ ਹੋਣਾ। ਸ਼ਾਇਦ ਮੇਰੇ ਲਈ ਕੁਝ ਜਿਹੜੀ ਆ ਉਹ ਮਾਫੀ ਦੇ ਜ਼ਿਆਦਾ ਚਾਂਸ ਆ, ਮੇਰੇ ਲਈ ਮਾਫੀ ਦੇ ਚਾਂਸ ਘੱਟ ਹੋ ਸਕਦੇ, ਕਿਉਂਕਿ ਪਰਮੇਸ਼ਵਰ ਨੇ ਕਹਿਣਾ ਤੇਰੇ ਨਾਲ ਮੈਂ ਗੱਲ ਕਰਦਾ ਸੀ, ਤੇਰੇ ਨਾਲ ਤੇਰੇ ਜ਼ਿੰਦਗੀ 'ਚ ਮੈਂ ਮਕਸਦ ਰੱਖਿਆ ਸੀ, ਤੈਨੂੰ ਮੈਂ ਦੂਜਿਆਂ ਦੇ ਲਈ ਚੁਣਿਆ ਸੀ, ਪਰ ਤੂੰ ਆਪ ਹੀ ਨਹੀਂ ਸਮਝਿਆ ਤੇ ਦੂਜਿਆਂ ਨੂੰ ਤੂੰ ਕੀ ਸਮਝਾਉਣਾ ਸੀ, ਜਾਂ ਤੂੰ ਦੂਜਿਆਂ ਨੂੰ ਬਹੁਤ ਸਮਝਾਇਆ ਪਰ ਆਪ ਉਹਦੇ ਤੇ ਨਹੀਂ ਚੱਲਿਆ। ਤੇ ਮੇਰੇ ਲਈ ਚਾਂਸ ਜਿਹੜੇ ਆ ਉਹ ਜਿਹੜੀ ਸਜ਼ਾ ਦੇ ਚਾਂਸ ਵੱਧ ਸਕਦੇ ਆ ਔਰ ਮਾਫੀ ਦੇ ਘਟ ਸਕਦੇ ਆ, ਪਰ ਇੱਕ ਵਿਸ਼ਵਾਸੀ ਦੇ ਲਈ ਜਿਹੜਾ ਆ, ਇੱਕ ਨਵਾਂ ਵਿਸ਼ਵਾਸੀ ਜਿਹੜਾ ਆ, ਉਹਦੇ ਲਈ ਮਾਫੀ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਹੋ ਸਕਦੇ ਆ, ਸਜ਼ਾ ਦੇ ਘੱਟ ਹੋ ਸਕਦੇ। ਇਸ ਲਈ ਕਦੀ ਨਾ ਇਹ ਸੋਚੋ ਕਿ ਹਾਂਜੀ ਜੀ ਫਲਾਨਾ ਮਨੁੱਖ ਮੇਰੇ ਲਈ ਕਰੇ, ਉਹ ਬਹੁਤ ਪਵਿੱਤਰ ਆ, ਉਹਦੇ ਨਾਲ ਪਰਮੇਸ਼ਵਰ ਨੇ ਗੱਲ ਕੀਤੀ ਆ। ਤਾਂ ਕਿਤੇ ਪਵਿੱਤਰ ਬਾਈਬਲ ਦੇ ਵਿੱਚ ਇਦਾਂ ਨਹੀਂ ਲਿਖਿਆ ਕਿ ਮੈਂ ਜਿਹੜੀ ਗੱਲ ਆ ਉਹ ਵਿਸ਼ਵਾਸੀਆਂ ਨਾਲ ਨਹੀਂ ਕਰੂੰਗਾ, ਮੈਂ ਸੰਗਤ ਨਾਲ ਨਹੀਂ ਗੱਲ ਕਰੂੰਗਾ, ਪਰ ਮੈਂ ਸਿਰਫ ਜਿਹੜਾ ਆ ਉਹ ਜਿਹੜੇ ਉਹਨਾਂ ਸੰਗਤਾਂ ਦੇ ਆਗੂ ਹੋਣਗੇ ਉਹਨਾਂ ਨਾਲ ਹੀ ਕਰਾਂਗਾ। ਹਾਂਜੀ, ਆਗੂਆਂ ਦੇ ਨਾਲ ਪਰਮੇਸ਼ਵਰ ਜੀ ਗੱਲ ਕਰਦੇ ਆ, ਕਰਦੇ ਰਹਿਣਗੇ, ਉਹਨਾਂ ਨੂੰ ਅਗਵਾਈ ਕਰਨਗੇ ਕਿ ਉਹਨਾਂ ਨੇ ਆਪਣੀ ਸੰਗਤ ਦੇ ਵਿੱਚ ਕਿੱਦਾਂ ਚੱਲਣਾ ਆ, ਕਿੱਦਾਂ ਉਹਨਾਂ ਨੂੰ ਚੱਲਣਾ ਚਾਹੀਦਾ, ਪਰਮੇਸ਼ਵਰ ਦੀ ਆਵਾਜ਼ ਕੀ ਆ। ਔਰ ਸੰਗਤ ਦੇ ਨਾਲ ਵੀ ਪਰਮੇਸ਼ਵਰ ਜੀ ਗੱਲ ਕਰਦੇ ਆ ਔਰ ਕਰਦੇ ਰਹਿਣਗੇ, ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਵੀ ਦੱਸਣਾ। ਔਰ ਬਹੁਤ ਵਾਰੀ ਜਿਹੜੀ ਆਪਣੀ ਚਰਚ ਆ ਦ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ, ਇਹਦੇ ਵਿੱਚ ਤਾਂ ਬਾਹਲੀ ਵਾਰੀ ਸੰਗਤ ਦੇ ਨਾਲ ਪਰਮੇਸ਼ਵਰ ਜੀ ਗੱਲ ਕਰਕੇ ਦੱਸਦੇ ਆ ਕਿ ਜਾਓ ਮੇਰੇ ਆਗੂ ਨੂੰ ਜਾ ਕੇ ਦੱਸੋ ਕਿ ਮੇਰੀ ਆ ਮਰਜ਼ੀ ਆ। ਤੇ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਉਹਨਾਂ ਨੂੰ ਕਹੀਏ ਜੀ ਤੁਹਾਡੇ ਨਾਲ ਕਿੱਦਾਂ ਪਰਮੇਸ਼ਵਰ ਜੀ ਗੱਲ ਕਰ ਸਕਦੇ, ਪਾਸਟਰ ਤਾਂ ਅਸੀਂ ਆ, ਅਸੀਂ ਤੁਹਾਨੂੰ ਸਿਖਾਉਂਦੇ ਆ, ਤੁਹਾਡੇ ਨਾਲ ਪਰਮੇਸ਼ਵਰ ਨੇ ਕਿੱਦਾਂ ਗੱਲ ਕਰ ਲਈ, ਪਰਮੇਸ਼ਵਰ ਤੁਹਾਡੇ ਨਾਲ ਨਹੀਂ ਗੱਲ ਕਰ ਸਕਦੇ, ਸਾਡੇ ਨਾਲ ਕਰ ਸਕਦੇ ਨਹੀਂ। ਪਰਮੇਸ਼ਵਰ ਹਰ ਉਸ ਮਨੁੱਖ ਦੇ ਨਾਲ ਗੱਲ ਕਰ ਸਕਦੇ ਜਿਹੜਾ ਦਿਲ ਦਾ ਸਾਫ਼ ਆ ਔਰ ਪਰਮੇਸ਼ਵਰ ਨੂੰ ਸੁਣਨਾ ਚਾਹੁੰਦਾ ਆ ਔਰ ਪਰਮੇਸ਼ਵਰ ਦੇ ਨਾਲ ਉਹਦਾ ਰਿਸ਼ਤਾ ਸਹੀ ਆ। ਇਸ ਲਈ ਹਰ ਮਨੁੱਖ ਇਦਾਂ ਦਾ ਬਣੋ ਕਿ ਪਰਮੇਸ਼ਵਰ ਦੇ ਨਾਲ ਤੁਹਾਡੀ ਸਿੱਧੀ ਗੱਲਬਾਤ ਹੋਏ। ਔਰ ਸਾਨੂੰ ਵੀ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਰੱਖੋ ਕਿ ਪਰਮੇਸ਼ਵਰ ਸਾਨੂੰ ਹਲੀਮੀ ਵਾਲਾ, ਨਿਮਰਤਾ ਵਾਲਾ ਇਹੋ ਜਿਹਾ ਜੀਵਨ ਦੇਣ ਜਿਹਦੇ ਵਿੱਚ ਹੰਕਾਰ ਨਾਮ ਦੀ ਕੋਈ ਚੀਜ਼ ਨਾ ਹੋਏ,
ਜਿਹਦੇ ਵਿੱਚ ਕੋਈ ਵੀ ਕੰਮ ਇਹੋ ਜਿਹਾ ਨਾ ਹੋਏ ਕਿ ਅਸੀਂ ਜਿਹੜਾ ਆ ਉਹ ਨਰਕਾਂ ਨੂੰ ਚਲੇ ਜਾਈਏ। ਸੋ ਸਾਡੇ ਲਈ ਜ਼ਰੂਰ ਪ੍ਰਾਰਥਨਾ ਕਰਿਆ ਕਰੋ, ਕਿਉਂਕਿ ਜਦੋਂ ਤੁਸੀਂ ਪੋਜ਼ਿਟਿਵ ਵਾਈਬਸ ਸਾਡੇ ਲਈ ਰੱਖੋਗੇ, ਸਾਨੂੰ ਇੱਕ ਜਿਹੜੀ ਆ ਉਹ ਪੋਜ਼ਿਟਿਵ એનર્ਜੀ ਮਿਲੂਗੀ। ਜਦੋਂ ਤੁਸੀਂ ਪਰਮੇਸ਼ਵਰ ਜੀ ਦੇ ਅੱਗੇ ਪ੍ਰਾਰਥਨਾ ਕਰੋਗੇ ਤਾਂ ਫਿਰ ਪਰਮੇਸ਼ਵਰ ਦੀ ਕਿਰਪਾ ਵੀ ਸਾਡੇ ਉੱਤੇ ਜਿਹੜੀ ਆ ਉਹ ਤਰਸ ਵਾਲੀ ਹੋਏਗੀ ਔਰ ਵੱਧ ਕੇ ਹੋਏਗੀ। ਸੋ ਅੱਜ ਦੇ ਵਚਨ ਨੂੰ ਆਪਾਂ ਇੱਥੇ ਹੀ ਕਲੋਜ਼ ਕਰਦੇ ਹਾਂ। ਪਰਮੇਸ਼ਵਰ ਜੀ ਨੇ ਸਮਾਂ ਬਖਸ਼ਿਆ ਤੇ ਕੱਲ ਨੂੰ ਆਪਾਂ ਜ਼ਰੂਰ ਮਿਲਾਂਗੇ, ਇਸੇ ਟਾਈਮ ਦੇ ਉੱਤੇ ਮਿਲਾਂਗੇ, ਫਿਰ ਤੋਂ ਆਪਾਂ ਵਚਨ ਦੇ ਬਾਰੇ ਦੇ ਵਿੱਚ ਜ਼ਿਕਰ ਕਰਾਂਗੇ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਪਰਮੇਸ਼ਵਰ ਜੀ ਦੇ ਚਾਹਣ ਵਾਲਿਆਂ ਦੇ ਨਾਲ ਬਣੀ ਰਹੇ। ਔਰ ਅੱਜ ਦਾ ਵਚਨ ਜਿਹੜਾ ਆ ਉਹ ਸੁਣਨ ਵਾਲਿਆਂ ਦੇ ਦਿਲਾਂ ਦੀਆਂ ਤਖਤੀਆਂ ਦੇ ਉੱਤੇ ਲਿਖਿਆ ਜਾਏ ਔਰ ਸਾਡੇ ਜੀਵਨ ਦੇ ਵਿੱਚ ਵੀ ਉਹ ਅਮਲੀ ਰੂਪ ਦੇ ਵਿੱਚ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 018 22 516 777। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।